ਦੁਇ ਕਰ ਜੋੜ ਮੰਗੋ ਇਕ ਦਾਨਾ, ਸਾਹਿਬ ਤੁਠੈ ਪਾਵਾ। ਸਾਸ ਸਾਸ ਨਾਨਕ ਆਰਾਧੇ, ਆਠ ਪਹਿਰ ਗੁਣ ਗਾਵਾ। ਬਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੁ। ਗੁਣ ਗਾਵਾ ਦਿਨ ਰਾਤ, ਨਾਨਕ ਚਾਉ ਏਹੋ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚਬਰ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਧੰਨ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਅਸਥਾਨ ਤੇ ਗੁਰੂ ਚਰਨਾਂ ਵਿੱਚ ਜੁੜ ਮਿਲ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਇਕਾਗਰਤਾ ਬਖਸ਼ਦਿਆਂ ਗੁਰੂ ਬਖਸ਼ੀ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਜ਼ੀ ਸਲਾਰ ਦੀਨ ਦਸਮ ਪਾਤਸ਼ਾਹ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਆਉਂਦਾ ਹੈ, ਨਮਸਕਾਰ ਕਰਦਾ ਹੈ। ਇੱਕ ਬੇਨਤੀ ਰੂਪ ਵਿੱਚ ਸਵਾਲ ਗੁਰੂ ਕਲਗੀਧਰ ਜੀ ਨੂੰ ਕਰਦਾ ਹੈ, ਸਤਿਗੁਰੂ, ਬਹੁਤੇ ਧਾਰਮਿਕ ਗ੍ਰੰਥਾਂ ਵਿੱਚ ਇਸ ਗੱਲ ਦਾ ਜ਼ਿਕਰ ਹੈ, ਮਨੁੱਖ ਦੇ ਮੱਥੇ ਦੇ ਲੇਖ ਨਹੀਂ ਮਿਟਦੇ, ਜਿਉ ਜੇ ਲਿਖੇ ਹੋਏ ਨੇ ਉਹ ਭੋਗਣੇ ਪੈਂਦੇ ਨੇ, ਪਰ ਸਤਿਗੁਰੂ ਦੇ ਲੇਖ ਨਹੀਂ ਮਿਟਦੇ। ਫਿਰ ਗੁਰੂ ਦਰ ਆ ਕੇ ਤੁਹਾਡੇ ਚਰਨਾਂ ਵਿੱਚ ਨਮਸਕਾਰ ਕਰਨ ਦਾ ਕੀ ਲਾਭ ਹੈ? ਦਸਮ ਪਾਤਸ਼ਾਹ ਨੇ ਇੱਕ ਬਚਨ ਆਖਿਆ, ਕਹਿਣ ਲੱਗੇ, ਕਾਜੀ ਤੇਰਾ ਸਵਾਲ ਹੈ ਨਾ ਜਿਹੜਾ ਉਹ ਬਹੁਤ ਦਰੁਸਤ ਹੈ, ਬਹੁਤ ਚੰਗਾ ਹੈ, ਵਾਕਈ ਤੇਰੀ ਗੱਲ ਠੀਕ ਹੈ। ਧਾਰਮਿਕ ਗ੍ਰੰਥਾਂ ਵਿੱਚ ਜ਼ਿਕਰ ਹੈ ਇਸ ਗੱਲ ਦਾ, ਮਨੁੱਖ ਦੇ ਮੱਥੇ ਦੇ ਲੇਖ, ਮੱਥੇ ਦੇ ਲਿਖੇ ਹੋਏ ਕਰਮ ਮਿਟਦੇ ਨਹੀਂ। ਪਰ ਸਤਿਗੁਰੂ ਨੇ ਇੱਕ ਬਚਨ ਉਹਨੂੰ ਸਮਝਾਉਣ ਵਾਸਤੇ ਆਖਿਆ ਸੀ। ਕਲਗੀਧਰ ਮਹਾਰਾਜ ਨੇ ਇੱਕ ਸਿੱਖ ਨੂੰ ਆਵਾਜ਼ ਮਾਰੀ ਤੇ ਇੱਕ ਮੋਹਰ ਮੰਗਾਈ ਤੇ ਜਦੋਂ ਗੁਰੂ ਕਾ ਸਿੱਖ ਮੋਹਰ ਲੈ ਕੇ ਆਇਆ, ਦਸਮ ਪਾਤਸ਼ਾਹ ਨੇ ਮੋਹਰ ਦੇ ਅੱਖਰ ਉਹਨੂੰ ਵਿਖਾਏ। ਕਹਿਣ ਲੱਗੇ, ਕਾਜ਼ੀ ਸਲਾਰਦੀਨ, ਆ ਮੋਹਰ ਦੇ ਅੱਖਰਾਂ ਨੂੰ ਵੇਖ, ਕੀ ਤੈਨੂੰ ਇਹਨਾਂ ਵਿੱਚੋਂ ਪ੍ਰਤੀਤ ਹੁੰਦਾ ਹੈ? ਤੇ ਕਾਜ਼ੀ ਨੇ ਇੱਕ ਬਚਨ ਆਖਿਆ, ਸਤਿਗੁਰੂ ਇਹ ਤੇ ਅੱਖਰ ਪੁੱਠੇ ਨੇ, ਉਲਟੇ ਅੱਖਰ ਨੇ, ਇਵੇਂ ਸਮਝ ਨਹੀਂ ਆਉਂਦੇ। ਦਸਮ ਪਾਤਸ਼ਾਹ ਮਹਾਰਾਜ ਨੇ ਉਹ ਮੋਹਰ ਸਿਆਹੀ ਵਿੱਚ ਲਾ ਕੇ ਇੱਕ ਕਾਗਜ਼ ਦੇ ਟੁਕੜੇ ਤੇ ਲਾਈ ਤੇ ਅੱਖਰ ਸਿੱਧੇ ਹੋ ਜਾਂਦੇ। ਆਪ ਸਭ ਨੂੰ ਪਤਾ ਹੈ ਵੀ ਮੋਹਰ ਦੇ ਅੱਖਰ ਉਂਝ ਉਲਟ ਹੁੰਦੇ ਨੇ। ਤੇ ਸਤਿਗੁਰੂ ਨੇ ਬਚਨ ਆਖਿਆ ਵੀ ਹੁਣ ਅੱਖਰਾਂ ਵੱਲ ਝਾਤ ਪਾ, ਕੀ ਪ੍ਰਤੀਤ ਹੁੰਦਾ ਹੈ? ਤੇ ਉਹਨੇ ਬਚਨ ਆਖੇ, ਸਤਿਗੁਰੂ ਹੁਣ ਤੇ ਇਹ ਜਿਹੜੀ ਮੋਹਰ ਹੈ ਉਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਮੋਹਰ ਹੈ, ਜਿੱਥੇ ਇਹ ਮੋਹਰ ਲੱਗਦਾ ਬਹੁਤ ਕੁਝ ਸਬਰ ਸਕਦਾ ਹੈ। ਸਤਿਗੁਰੂ ਨੇ ਇੱਕ ਗੱਲ ਆਖੀ ਸੀ, ਕਹਿਣ ਲੱਗੇ, ਕਾਜ਼ੀ ਸਲਾਰਦੀਨ, ਠੀਕ ਹੈ ਮੱਥੇ ਦੇ ਲਿਖੇ ਹੋਏ ਲੇਖ ਭੋਗਣੇ ਪੈਂਦੇ ਹੈ, ਪਰ ਜਦੋਂ ਕੋਈ ਭਾਵਨਾ ਦੇ ਨਾਲ ਗੁਰੂ ਚਰਨਾਂ ਵਿੱਚ ਆ ਕੇ ਆਪਣਾ ਮਸਤਕ ਟੇਕਦਾ ਨਾ, ਗੁਰੂ ਇੱਕ ਰਹਿਮਤ ਕਰ ਦਿੰਦਾ, ਬਖਸ਼ਿਸ਼ ਵਰਤਾ ਦਿੰਦਾ, ਉਹਦੇ ਉਲਟੇ ਲੇਖਾਂ ਨੂੰ ਵੀ ਸਿੱਧਿਆਂ ਕਰ ਦਿੰਦਾ। ਇਹ ਗੁਰੂ ਦੇ ਦਰ ਬਖਸ਼ਿਸ਼ ਮਿਲਦੀ ਹੈ। ਗੁਰੂ ਚਰਨਾਂ ਵਿੱਚ ਬੈਠੇ ਹੋ, ਸਿੰਘ ਸਾਹਿਬ ਜੀ ਹੁਣਾਂ ਪਾਸੋਂ ਆਪ ਜੀ ਨੇ ਲੜੀਵਾਰ ਸਤਿਗੁਰੂ ਦੀ ਪਾਵਨ ਬਾਣੀ ਦਾ ਸ਼ਬਦ, ਭੱਟ ਮਥੁਰਾ ਜੀ ਦਾ ਸਵਈਆ ਗੁਰੂ ਅਰਜਨ ਸਾਹਿਬ ਜੀ ਦੀ ਉਸਤਤ ਵਿੱਚ ਉਚਾਰਨ ਕੀਤਾ ਹੋਇਆ, ਸ਼ਰਵਨ ਕੀਤਾ ਹੈ। ਇੱਕ ਬੇਨਤੀ ਤੁਹਾਨੂੰ ਕਰਾਂ,
ਸੰਸਕ੍ਰਿਤ ਦੇ ਦੋ ਸ਼ਬਦ ਨੇ, ਇੱਕ ਭ੍ਰਿਤ, ਦੂਜਾ ਨ੍ਰਿਤ। ਭ੍ਰਿਤ ਤੋਂ ਸ਼ਬਦ ਭੱਟ ਬਣਦਾ ਹੈ, ਨ੍ਰਿਤ ਤੋਂ ਸ਼ਬਦ ਨਟ ਬਣਦਾ ਹੈ। ਤੁਸੀਂ ਅਕਸਰ ਪਿੰਡਾਂ ਥਾਵਾਂ ਵਿੱਚ ਬਜ਼ੁਰਗਾਂ ਨੂੰ ਧਿਆਨ ਹੈ, ਕਈ ਵਾਰੀ ਰਾਸ ਲੀਲਾ ਪਾਉਣ ਵਾਲੇ ਆਉਂਦੇ ਸਨ ਤੇ ਉਦੋਂ ਇੱਕ ਸ਼ਬਦ ਵਰਤਿਆ ਜਾਂਦਾ ਸੀ, ਨਟ ਲੋਕ ਆਏ ਹੋਏ ਨੇ, ਨ੍ਰਿਤ ਕਰਨ ਵਾਲੇ। ਤੇ ਭ੍ਰਿਤ ਜਿਹੜਾ ਸ਼ਬਦ ਹੈ ਸੰਸਕ੍ਰਿਤ ਦਾ, ਇੱਥੋਂ ਭੱਟ ਸ਼ਬਦ ਬਣਿਆ। ਭ੍ਰਿਤ ਦੇ ਅੱਖਰੀ ਅਰਥ ਹੁੰਦੇ ਨੇ ਉਸਤਤ ਕਰਨ ਵਾਲਾ, ਪੈਸਾ ਲੈ ਕੇ ਸਿਫਤ ਕਰਨ ਵਾਲਾ। ਭੱਟਾਂ ਦਾ ਪਿਛੋਕੜ ਬੜਾ ਲੰਮੇਰਾ ਹੈ, ਪਰ ਗੁਰੂ ਕਾਲ ਤੋਂ ਪਹਿਲਾਂ ਦੇ ਭੱਟਾਂ ਦਾ ਵੀ ਕਦੇ ਜ਼ਿਕਰ ਤੁਸੀਂ ਪਿਛੋਕੜ ਵਿੱਚੋਂ ਪੜ੍ਹ ਕੇ ਵੇਖੋ। 3 ਭੱਟ ਬੜੇ ਪ੍ਰਸਿੱਧ ਹੋਏ ਨੇ, ਉਹਨਾਂ ਵਿੱਚੋਂ ਇੱਕ ਭੱਟ ਹੈ ਭੱਟ ਬਾਣ। ਇਹ ਜਿਹੜਾ ਭੱਟ ਬਾਣ ਸੀ, ਇਹਨੇ ਕੰਦਾਵਰੀ ਨਾਮ ਦਾ ਇੱਕ ਗ੍ਰੰਥ ਲਿਖਿਆ ਸੀ, ਕਿਉਂਕਿ ਭੱਟ ਅਕਸਰ ਵਿਦਵਾਨ ਲੋਕ ਰਹੇ ਨੇ। ਇੱਕ ਭੱਟ ਹੋਇਆ ਭੱਟ ਚਾਂਦ। ਇਹ ਜਿਹੜਾ ਭੱਟ ਚਾਂਦ ਹੈ ਨਾ, ਪ੍ਰਿਥਵੀ ਰਾਜ ਚੌਹਾਨ ਜਿਹੜਾ ਬਾਦਸ਼ਾਹ ਸੀ, ਉਹਦੇ ਦਰਬਾਰ ਵਿੱਚ ਰਹਿੰਦਾ ਸੀ ਤੇ ਉਹਦੀ ਸਿਫਤ ਕਰਨੀ, ਉਹਦੀ ਉਸਤਤ ਦੇ ਬੋਲ ਉਚਾਰਨੇ। ਮੈਂ ਇੱਕ ਬੇਨਤੀ ਕਹਿਣ ਲੱਗੀ ਹਾਂ, ਇਹ ਭੱਟ ਚਾਂਦ ਬੜਾ ਵਿਦਵਾਨ ਸੀ। ਇੱਕ ਵਕਤ ਅਜਿਹਾ ਆਇਆ ਪ੍ਰਿਥਵੀ ਰਾਜ ਚੌਹਾਨ ਦੇ ਜੀਵਨ ਅੰਦਰ ਕਿ ਉਹਦੇ ਤੇ ਸ਼ਹਾਬੂਦੀਨ ਗੌਰੀ ਇੱਕ ਬਾਦਸ਼ਾਹ ਹਮਲਾ ਕਰ ਦਿੰਦਾ ਹੈ। ਅਸਲੀ ਕਹਾਣੀ ਲੰਬੇਰੀ ਹੈ ਵੀ ਜਦੋਂ ਕੋਈ ਆਪਣੇ ਅਸੂਲ ਨੂੰ ਭੁੱਲ ਜਾਏ ਨਾ, ਪ੍ਰਿਥਵੀ ਰਾਜ ਚੌਹਾਨ ਬਹਾਦਰ ਬੜਾ ਸੀ, ਪਰ ਇੱਕ ਵਕਤ ਤੋਂ ਸ਼ਮਸ਼ੀਰ ਭੁੱਲ ਕੇ ਤੇ ਵਿਸ਼ਾ ਵਿਕਾਰਾਂ ਦੀ ਜ਼ਿੰਦਗੀ ਜਿਉਣ ਲੱਗ ਪਿਆ ਸੀ। ਜਦੋਂ ਉਹ ਵਿਸ਼ੇ ਵਿਕਾਰਾਂ ਦੀ ਜ਼ਿੰਦਗੀ ਜਿਉਣ ਲੱਗਿਆ, ਉਦੋਂ ਹੀ ਸ਼ਹਾਬੂਦੀਨ ਗੌਰੀ ਹਮਲਾ ਕਰਦਾ ਹੈ ਤੇ ਆਖਰ ਉਹਨੂੰ ਕੈਦ ਕਰਕੇ ਲੈ ਜਾਂਦਾ ਹੈ। ਸ਼ਹਾਬੂਦੀਨ ਗੌਰੀ ਜਦੋਂ ਕੈਦ ਕਰਕੇ ਲੈ ਗਿਆ, ਉਹਦਾ ਖਾਣਾ ਪੀਣਾ ਬੰਦ ਕਰ ਦਿੱਤਾ, ਉਹਦਾ ਚੰਗਾ ਕੱਪੜਾ ਪਹਿਨਣ ਨੂੰ ਕੋਈ ਨਾ ਦਿੱਤਾ, ਚੰਗੀ ਤਰ੍ਹਾਂ ਨੀਂਦ ਵੀ ਨਾ ਲੈਣ ਦਿੱਤੀ। ਇਵੇਂ ਉਹਨੂੰ ਸਤਾਉਂਦਾ ਹੈ। ਭੱਟ ਚਾਂਦ ਨੂੰ ਪਤਾ ਲੱਗਿਆ ਵੀ ਮੇਰਾ ਮਾਲਕ ਹੈ ਬੜੀ ਮੁਸੀਬਤ ਵਿੱਚ ਹੈ। ਭੱਟ ਚਾਂਦ ਸ਼ਹਾਬੂਦੀਨ ਗੌਰੀ ਕੋਲ ਪਹੁੰਚਦਾ ਹੈ ਤੇ ਇੱਕ ਬੇਨਤੀ ਆਖਦਾ, ਕਹਿਣ ਲੱਗਿਆ, ਗੌਰੀ ਬਾਦਸ਼ਾਹ, ਮੈਨੂੰ ਪਤਾ ਹੈ ਵੀ ਹੁਣ ਜਿਹੜਾ ਚੌਹਾਨ ਬਾਦਸ਼ਾਹ ਨਾ, ਉਹਦੇ ਹਾਲਾਤ ਬਹੁਤੇ ਚੰਗੇ ਨਹੀਂ ਹੈ। ਹੁਣ ਤੇ ਉਹਨੂੰ 2 ਵਕਤ ਪ੍ਰਸ਼ਾਦਾ ਹੀ ਨਹੀਂ ਮਿਲਦਾ, ਪਰ ਮੈਂ ਇੱਕ ਤੈਨੂੰ ਬੇਨਤੀ ਕਹਿਣ ਲੱਗਿਆ, ਮੈਨੂੰ ਪਤਾ ਹੈ ਤੂੰ ਮਾਰ ਦੇਣਾ ਮੇਰੇ ਮਾਲਕ ਨੂੰ। ਮੈਂ ਇੱਕ ਤੈਨੂੰ ਬੇਨਤੀ ਆਖਣ ਲੱਗੀ, ਇਹਦੇ ਕੋਲ ਇੱਕ ਬੜਾ ਗੁੱਝਾ ਭੇਦ ਹੈ। ਉਹ ਗੁੱਝਾ ਭੇਦ ਇਹ ਹੈ, ਇਹ ਬਹਾਦਰ ਇੰਨਾ, ਇਹਦੇ ਕੋਲ ਸ਼ਬਦ ਸਿੱਧ ਬਾਣ ਚਲਾਉਣ ਦੀ ਇਹਦੇ ਕੋਲ ਇੱਕ ਕਲਾ ਹੈ। ਫਿਰ ਮੈਂ ਸ਼ਬਦ ਦੁਹਰਾਉਣ ਲੱਗੀ, ਸ਼ਬਦ ਸਿੱਧ ਬਾਣ ਚਲਾਉਣ ਦੀ ਇਹਦੇ ਕੋਲ ਇੱਕ ਕਲਾ ਹੈ। ਤੇ ਮਾਰਨ ਤੋਂ ਪਹਿਲਾਂ ਕਿੰਨਾ ਚੰਗਾ ਹੋਵੇ ਤੂੰ ਚੌਹਾਨ ਕੋਲੋਂ ਇਹ ਕਲਾ ਸਿੱਖ ਲੈ, ਤੇਰੇ ਕੰਮ ਆਏਗੀ। ਜਦੋਂ ਇਹ ਗੱਲ ਆਖੀ, ਸ਼ਬਦ ਸਿੱਧ ਬਾਣ ਕਲਾ ਇਹ ਹੁੰਦੀ ਹੈ, ਭਾਵੇਂ ਅੱਖਾਂ ਤੇ ਪੱਟੀ ਵੀ ਬੰਨੀ ਹੋਵੇ, ਦਿਸਦਾ ਕੁਝ ਨਾ ਹੋਵੇ, ਤੇ ਜਿੱਧਰੋਂ ਸ਼ਬਦ ਦੀ ਆਵਾਜ਼ ਆਉਂਦੀ ਉਧਰ ਤੀਰ ਮਾਰ ਦੇਣਾ ਤੇ ਨਿਸ਼ਾਨਾ ਲਾ ਦੇਣਾ। ਭੱਟ ਚਾਂਦ ਦੀ ਬੇਨਤੀ ਗੌਰੀ ਨੇ ਮੰਨ ਲਈ, ਸ਼ਹਾਬੂਦੀਨ ਗੌਰੀ ਨੇ। ਉਹਨੇ ਇੱਕ ਕੰਮ ਕੀਤਾ, ਚੌਹਾਨ ਨੂੰ ਕੈਦ ਵਿੱਚੋਂ ਬਾਹਰ ਕੱਢਿਆ, ਉਹਨੂੰ ਪ੍ਰਸ਼ਾਦ ਪਾਣੀ ਕੁਝ ਦਿਨ ਛਕਾਇਆ, ਚੰਗੀ ਦੇਖਭਾਲ ਕੀਤੀ। ਜਦੋਂ ਉਹਦਾ ਸਰੀਰ ਤੰਦਰੁਸਤ ਹੋ ਗਿਆ ਪਹਿਲਾ ਵਾਂਗ, ਸ਼ਹਾਬੂਦੀਨ ਗੌਰੀ ਆਖਦਾ, ਕਹਿਣ ਲੱਗੇ, ਪ੍ਰਿਥਵੀ ਰਾਜ ਚੌਹਾਨ, ਮੈਨੂੰ ਭੱਟ ਚਾਂਦ ਨੇ ਦੱਸਿਆ ਤੇਰੇ ਕੋਲ ਬੜੀ ਕਲਾ ਹੈ ਤੇ ਮੈਂ ਤੇਰੇ ਕੋਲ ਇਹ ਕਲਾ ਸਿੱਖਣੀ ਹੈ। ਪਹਿਲਾਂ ਮੈਂ ਤੇਰੀ ਕਲਾ ਵੇਖਣੀ ਚਾਹੁੰਦਾ। 7 ਤਵੇ ਬੰਨੇ ਗਏ ਵੱਖਰੀ ਵੱਖਰੀ ਥਾਂ ਤੇ। ਇੱਕ ਬਚਨ ਆਖਿਆ, ਤੇਰੀਆਂ ਅੱਖਾਂ ਤੇ ਓਲੇ ਕਰਕੇ ਪੱਟੀ ਬੰਨੀ ਜਾਏਗੀ, ਤੈਨੂੰ ਦਿਸੇਗਾ ਕੁਝ ਨਹੀਂ। ਜਿਹੜੇ ਸਾਹਮਣੇ ਤਵੇ ਬੰਨੇ ਨੇ, ਇੱਕ ਤਵੇ ਤੇ, ਹਰ ਤਵੇ ਤੇ ਪੱਥਰ ਦਾ ਟੁਕੜਾ ਵੱਜੇਗਾ। ਜਿਹੜੇ ਤਵੇ ਤੇ ਪੱਥਰ ਦਾ ਟੁਕੜਾ ਵੱਜਿਆ ਤੇ ਤੈਨੂੰ ਆਵਾਜ਼ ਆਏਗੀ ਤੇ ਤੂੰ ਸ਼ਬਦ ਭੇਦੀ ਬਾਣ ਚਲਾਉਣ ਜਾਣਨਾ, ਤੂੰ ਉਸੇ ਤਵੇ ਤੇ ਤੀਰ ਮਾਰਨਾ। ਤੁਹਾਨੂੰ ਪਤਾ ਹੋਵੇ, ਉਦੋਂ ਪ੍ਰਿਥਵੀ ਰਾਜ ਚੌਹਾਨ ਦੇ ਅੱਖਾਂ ਤੇ ਪੱਟੀ ਬੰਨੀ,
ਸਾਹਮਣੇ ਇਹਦੇ ਸ਼ਹਾਬੂਦੀਨ ਗੌਰੀ ਦੇ ਬੰਦਿਆਂ ਨੇ ਤਵੇ ਤੇ ਪੱਥਰ ਦਾ ਟੁਕੜਾ ਮਾਰਨਾ, ਜਿੱਧਰੋਂ ਆਵਾਜ਼ ਆਉਣੀ ਤੇ ਚੌਹਾਨ ਨੇ ਆਪਣਾ ਤੀਰ ਉਸ ਤਵੇ ਤੇ ਨਿਸ਼ਾਨਾ ਲਾ ਦੇਣਾ। ਹੁਣ ਬੇਨਤੀ ਵੱਲ ਧਿਆਨ ਕਰੋ, ਜਿਹੜਾ ਭੱਟ ਚਾਂਦ ਸੀ ਨਾ, ਇਹਨੇ ਆਪਣੀ ਬੋਲੀ ਵਿੱਚ, ਜਿਹਨੂੰ ਭੱਟ ਅਕਸ਼ਰੀ ਹਿੰਦੀ ਵਿੱਚ ਬੋਲਦੇ ਹੈ, ਭੱਟ ਅੱਖਰੀ ਵਿੱਚ ਉਹਨੂੰ ਇੱਕ ਗੱਲ ਸਮਝਾਈ। ਅੱਖਾਂ ਤੇ ਪੱਟੀ ਬੰਨੀ ਹੋਈ ਹੈ ਪ੍ਰਿਥਵੀ ਰਾਜ ਚੌਹਾਨ ਦੇ, ਉਹਨੂੰ ਇੱਕ ਬਚਨ ਸਮਝਾਇਆ। ਕਹਿਣ ਲੱਗਿਆ, ਜਦੋਂ ਹੁਣ ਤੂੰ ਤੀਰ ਮਾਰੇਗਾ ਨਾ ਤੇ ਮੈਂ ਉਦੋਂ ਤੈਨੂੰ ਇੱਕ ਗੱਲ ਦਾ ਆਪਣੀ ਭਾਸ਼ਾ ਵਿੱਚ ਇਸ਼ਾਰਾ ਕਰ ਦੇਵਾਂਗਾ ਕਿ ਸ਼ਹਾਬੂਦੀਨ ਗੌਰੀ ਕਿੰਨੀ ਉੱਚੀ ਥਾਂ ਤੇ ਬੈਠਾ ਹੈ। ਜਦੋਂ ਤੁਸੀਂ ਬਾਦਸ਼ਾਹ ਤੀਰ ਮਾਰਿਆ, ਇਹਦੇ ਮੁਖ ਵਿੱਚੋਂ ਸ਼ਬਦ ਨਿਕਲਣਾ, ਵਾਹ ਕੈਸੀ ਤੀਰ ਅੰਦਾਜ਼ੀ ਹੈ, ਤੇ ਮੁਖ ਖੁੱਲਣਾ, ਇਹਦੇ ਮੂੰਹ ਵਿੱਚ ਨਿਸ਼ਾਨਾ ਮਾਰ ਦੀ ਤੇ ਗੌਰੀ ਮੌਤ ਦੇ ਘਾਟ ਉਤਰ ਜਾਏਗਾ। ਤੁਹਾਨੂੰ ਪਤਾ ਹੋਵੇ, ਐਤਕੀ ਜਦੋਂ ਤੀਰ ਚਲਾਇਆ, ਪੱਥਰ ਮਾਰਿਆ ਗਿਆ, ਚੌਹਾਨ ਨੇ ਤੀਰ ਚਲਾਇਆ, ਮੁਹੰਮਦ ਗੌਰੀ ਸ਼ਹਾਬੂਦੀਨ ਦੇ ਮੂੰਹ ਵਿੱਚੋਂ ਨਿਕਲਿਆ, ਵਾਹ ਕੀ ਤੀਰ ਅੰਦਾਜ਼ੀ ਹੈ, ਕਮਾਲ ਹੈ। ਭੱਟ ਚਾਂਦ ਨੇ ਇੱਕ ਸ਼ਬਦ ਵਰਤੇ, ਬਹੁਤ ਛੇਤੀ ਸ਼ਬਦ ਵਰਤੇ ਹੈ। ਕਹਿਣ ਲੱਗਿਆ, ਅਸ਼ਟ ਸਿੱਧ 4 ਸਿੱਧ 26 ਉਂਗਲ ਪਰਵਾਨ, ਇਤ ਉੱਪਰ ਸੁਲਤਾਨ ਬੈਠਿਓ, ਚੂਕੋ ਨਾ ਰਾਜ ਚੌਹਾਨ। ਇਹ ਗੱਲ ਸਮਝਾਈ ਵੀ ਇੰਨੇ ਹੱਥ ਉੱਚਾ ਤੇ ਇੰਨੀ ਉਂਗਲਾਂ ਤੇ ਉਚਾਈ ਤੇ ਭੱਟ ਚਾਂਦ ਨੇ ਸਮਝਾਇਆ ਕਿ ਗੌਰੀ ਬੈਠਾ ਹੈ ਤੇ ਤੂੰ ਨਿਸ਼ਾਨਾ ਲਾ ਦੇ। ਅੱਖਾਂ ਤੇ ਪੱਟੀ ਬੰਨੀ ਹੋਈ ਸੀ ਪ੍ਰਿਥਵੀ ਰਾਜ ਚੌਹਾਨ ਦੇ। ਜਦੋਂ ਭੱਟ ਚਾਂਦ ਨੇ ਸ਼ਬਦ ਵਰਤੇ ਤੇ ਉਹਨੇ ਮੁਖ ਵਿੱਚੋਂ ਵਾਹ ਸ਼ਬਦ ਵਰਤਿਆ ਤੇ ਉਦੋਂ ਚੌਹਾਨ ਨੇ ਤੀਰ ਚਲਾਇਆ। ਉਹ ਤੀਰ ਜਾ ਕੇ ਮੁਹੰਮਦ ਗੌਰੀ ਦੇ ਮੂੰਹ ਵਿੱਚ ਵੱਜਿਆ, ਮੌਤ ਦੇ ਘਾਟ ਉਤਰ ਗਿਆ। ਉਦੋਂ ਉਹਨੇ ਇੱਕ ਭੱਟ ਚਾਂਦ ਨੇ ਆਪਣੇ ਮਾਲਕ ਨੂੰ ਆਜ਼ਾਦ ਕਰਵਾਉਣ ਦਾ ਇੱਕ ਪ੍ਰਣ ਕੀਤਾ। ਹਾਂ, ਬਾਅਦ ਵਿੱਚ ਉਹਦੇ ਆਦਮੀਆਂ ਨੇ ਭੱਟ ਚਾਂਦ ਨੂੰ ਵੀ ਸ਼ਹੀਦ ਕੀਤਾ ਤੇ ਉਹਦੇ ਜਿਹੜਾ ਪ੍ਰਿਥਵੀ ਰਾਜ ਚੌਹਾਨ ਹੈ ਉਹਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਸੀ। ਮੈਂ ਇਹ ਬੇਨਤੀ ਤਾਂ ਕਹਿਣ ਲੱਗੀ ਹਾਂ ਕਿਉਂਕਿ ਜਿਹੜੇ ਭੱਟ ਨੇ ਨਾ, ਇਹ ਸ਼ੁਰੂ ਤੋਂ ਲੈ ਕੇ ਜਿੱਥੇ ਕਲਮ ਚਲਾਉਂਦੇ ਰਹੇ ਉੱਥੇ ਵਫਾਦਾਰ ਬੜੇ ਰਹੇ ਨੇ। ਕਿਉਂਕਿ ਜਿਹੜਾ ਅੱਜ ਦਾ ਸਵਈਆ ਨਾ, ਇਹ ਭੱਟ ਮਥਰਾ ਜੀ ਦਾ ਹੈ। ਤੇ ਤੁਹਾਨੂੰ ਇੱਕ ਬੇਨਤੀ ਕਰਾਂ, ਭੱਟ ਮਥਰਾ ਜੀ ਦੇ ਬਜ਼ੁਰਗ ਦਾ ਜਿਹੜਾ ਨਾਮ ਹੈ, ਉਹਦਾ ਨਾਮ ਹੈ ਭਗੀਰਥ। ਭਗੀਰਥ ਦਾ ਪੁੱਤ ਹੋਇਆ ਨਰਸੀ, ਨਰਸੀ ਦਾ ਪੁੱਤ ਹੋਇਆ ਰਈਆ, ਰਈਆ ਦਾ ਪੁੱਤ ਹੋਇਆ ਭਿੱਖਾ। ਭੱਟ ਭਿੱਖਾ ਜੀ ਦੇ ਸੁਪੁੱਤਰ ਭੱਟ ਮਥਰਾ ਜੀ ਨੇ। ਤੇ ਇਹ ਵੀ ਬੇਨਤੀ ਮੈਂ ਤੁਹਾਨੂੰ ਕਹਿ ਦਿਆਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿਹੜੀ 11 ਭੱਟਾਂ ਦੀ ਬਾਣੀ ਹੈ, ਉਹਨਾਂ ਵਿੱਚੋਂ 2 ਭੱਟ, ਇੱਕ ਭੱਟ ਕੀਰਤ ਜੀ, ਇੱਕ ਭੱਟ ਮਥਰਾ ਜੀ, ਜਿਨ੍ਹਾਂ ਨੇ ਕੇਵਲ ਕਲਮ ਹੀ ਨਹੀਂ ਚਲਾਈ, ਗੁਰੂ ਕੀ ਉਸਤਤ ਹੀ ਨਹੀਂ ਕੀਤੀ। ਭੱਟ ਕੀਰਤ ਜੀ ਤੇ ਭੱਟ ਮਥਰਾ ਜੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਜੰਗ ਹੋਈ, ਜਦੋਂ ਮੁਰਤਜ਼ਾ ਖਾਨ ਗੁਰੂ ਘਰ ਚੜ੍ਹ ਕੇ ਆਉਂਦਾ, ਉਸ ਜੰਗ ਦੇ ਵਿੱਚ ਆਪਣੇ ਹੱਥ ਵਿੱਚ ਸ਼ਮਸ਼ੀਰ ਪਕੜ ਕੇ, ਕਿਰਪਾਨ ਪਕੜ ਕੇ ਜੂਝ ਕੇ ਸ਼ਹੀਦ ਵੀ ਹੋਏ ਨੇ। ਭੱਟ ਮਥਰਾ ਜੀ ਸ਼ਹੀਦ ਹੋਏ ਨੇ। ਅੱਜ ਭੱਟ ਮਥਰਾ ਜੀ ਸ਼ਬਦ ਕਹਿ ਰਹੇ ਨੇ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਸਤਤ ਵਿੱਚ ਬਚਨ। ਇੱਕ ਬੇਨਤੀ ਹੋਰ ਕਹਿ ਦਿਆਂ, ਯਾਦ ਰੱਖ ਲਿਓ, ਭੱਟ ਮਥਰਾ ਜੀ ਦੇ 14 ਸਵਈਏ ਨੇ ਟੋਟਲ। 7 ਸਵਈਏ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਸਤਤ ਵਿੱਚ ਆਖੇ ਹੈ ਤੇ 7 ਸਵਈਏ ਧੰਨ ਗੁਰੂ ਅਰਜਨ ਸਾਹਿਬ ਜੀ ਦੀ ਉਸਤਤ ਵਿੱਚ ਉਚਾਰਨ ਕੀਤੇ ਹੈ। ਅੱਜ ਦਾ ਬਚਨ ਆਰੰਭ ਹੁੰਦਾ ਹੈ, ਜਬ ਲਓ ਨਹੀਂ ਭਾਗ ਲਿਲਾਰ ਉਦੈ, ਤਬ ਲਓ ਭ੍ਰਮ ਤੇ ਫਿਰਤੇ ਬਹੁਤਾਇਓ। ਭੱਟ ਮਥਰਾ ਜੀ ਕਹਿਣ ਲੱਗੇ, ਹੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ, ਜਬ ਲਓ ਨਹੀਂ ਭਾਗ ਲਿਲਾਰ ਉਦੈ, ਲਿਲਾਰ ਦਾ ਅਰਥ ਹੁੰਦਾ ਮੱਥਾ। ਕਹਿਣ ਲੱਗੇ, ਜਿੰਨਾ ਸਮਾਂ ਸਾਡੇ ਮੱਥੇ ਦਾ ਕਰਮ ਜਾਗਿਆ ਨਹੀਂ ਸੀ ਨਾ, ਜਿੰਨਾ ਸਮਾਂ ਸਾਡੇ ਮੱਥੇ ਦਾ ਕਰਮ ਜਾਗਿਆ ਨਹੀਂ ਸੀ,
ਤਬ ਲਓ ਭ੍ਰਮ ਤੇ ਫਿਰਤੇ ਬਹੁਤਾਇਓ। ਉਹਨਾਂ ਸਮਾਂ ਮਹਾਰਾਜ ਅਸੀਂ ਤੁਹਾਡੇ ਤੋਂ ਟੁੱਟ ਕੇ ਤੇ ਕਈ ਵਾਰੀ ਭਟਕਦੀ ਰਹੇ ਹੈ, ਸਾਨੂੰ ਚੰਗੀ ਤਰ੍ਹਾਂ ਚੈਨ ਨਹੀਂ ਆਇਆ ਸੀ। ਇਹ ਤੇ ਤੁਸੀਂ ਬੜੇ ਵਾਰੀ ਸੁਣਿਆ ਵੀ ਪਹਿਲੀ ਵਾਰ ਜਿਹੜੇ ਭੱਟ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨ ਸ਼ਰਨ ਵਿੱਚ ਗੋਇੰਦਵਾਲ ਸਾਹਿਬ ਆਏ ਸਨ। ਰਹਿਓ ਸੰਤ ਹੁਣ ਟੋਲ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪੱਸੀ ਮੁਖੋਂ ਇਹ ਪੰਡਤ ਮਿੱਠੇ। ਇਹ ਬਚਨ ਆਖੇ ਸਨ ਮਹਾਰਾਜ ਅਸੀਂ ਬੜਾ ਲੰਬੇਰਾ ਸਮਾਂ ਭਟਕਦੇ ਰਹੇ ਹਾਂ, ਪਰ ਤੁਹਾਡੇ ਚਰਨਾਂ ਵਿੱਚ ਆ ਕੇ ਬਖਸ਼ਿਸ਼ ਵਰਤੀ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਪ੍ਰਤੀ ਬਚਨ ਕਹਿ ਰਹੇ ਨੇ, ਕਹਿਣ ਲੱਗੇ ਸਤਿਗੁਰੂ ਸਾਡੇ ਮੱਥੇ ਦਾ ਭਾਗ ਜਿੰਨਾ ਸਮਾਂ ਜਾਗਿਆ ਨਹੀਂ ਸੀ, ਸਾਡੇ ਮੱਥੇ ਦਾ ਕਰਮ ਚੰਗਾ ਨਹੀਂ ਸੀ, ਉਹਨਾਂ ਸਮਾਂ ਅਸੀਂ ਤੁਹਾਡੇ ਤੋਂ ਟੁੱਟ ਕੇ ਭਟਕਦੇ ਰਹੇ ਹਾਂ। ਤੇ ਹੁੰਦਾ ਕੀ ਰਿਹਾ ਸਾਡੇ ਨਾਲ? ਕਹਿਣ ਲੱਗੇ ਕਲ ਘੋਰ ਸਮੁੰਦਰ ਮੈਂ ਬੂਡਤ ਥੇ। ਕਹਿਣ ਲੱਗੇ ਅਸੀਂ ਭਿਆਨਕ ਡਰਾਉਣੇ ਕਲਯੁਗ ਦੇ ਸਮੇਂ ਦੇ ਅੰਦਰ ਡੁੱਬਦੇ ਜਾ ਰਹੇ ਸਾਂ। ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ। ਸਾਡੇ ਪੱਲੇ ਉਹ ਪਛਤਾਵਾ ਪੈ ਗਿਆ ਸੀ ਸਤਿਗੁਰੂ ਜਿਹੜਾ ਕਦੀ ਮਿਟ ਹੀ ਨਹੀਂ ਸਕਦਾ ਸੀ। ਜਿੰਨਾ ਸਮਾਂ ਅਸੀਂ ਟੁੱਟੇ ਹੋਏ ਸਨ ਤੁਹਾਡੇ ਤੋਂ, ਉਹਨਾਂ ਸਮਾਂ ਸਾਡੇ ਪੱਲੇ ਉਹ ਪਛਤਾਵਾ ਪੈ ਗਿਆ ਸੀ ਜਿਹੜਾ ਕਦੀ ਮਿਟ ਹੀ ਨਹੀਂ ਸਕਦਾ ਸੀ, ਪਰ ਤੁਹਾਡੀ ਕਿਰਪਾ ਵਰਤੀ ਹੈ। ਜਦੋਂ ਦੇ ਤੁਹਾਡੇ ਚਰਨਾਂ ਵਿੱਚ ਆਏ ਹੈ ਇੱਕ ਗੱਲ ਦੀ ਸਮਝ ਆ ਗਈ, ਤਤ ਵਿਚਾਰ ਜੇ ਹੈ ਮਥਰਾ ਜਗ ਤਾਰਨ ਕਉ ਅਵਤਾਰ ਬਣਾਇਓ। ਅਸੀਂ ਭੱਟ ਮਥਰਾ ਜੀ ਕਹਿਣ ਲੱਗੇ ਸਤਿਗੁਰੂ ਇੱਕ ਤਤ ਕੱਢਿਆ, ਉਹ ਤਤ ਤੁਹਾਡੀ ਕਿਰਪਾ ਨਾਲ ਇਹ ਨਿਕਲਿਆ ਕਿ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਨਾ ਜਿਹੜੇ, ਉਹ ਮਾਨੋ ਇੱਕ ਕਲਯੁਗ ਦੇ ਅਵਤਾਰ ਨੇ ਜਿਹੜੇ ਸੰਸਾਰ ਨੂੰ ਤਾਰਨ ਆਏ ਹੋਏ ਨੇ। ਭੱਟਾਂ ਦੀ ਬਚਨ ਨੇ ਕਲਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰਿਸ਼ਟ ਲਗ ਬੇਤਰੋਂ। ਹੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਤੁਸੀਂ ਉਹ ਜਹਾਜ਼ ਹੋ ਜਿਹੜੇ ਡੁੱਬਦਿਆਂ ਨੂੰ ਤਾਰਨ ਵਾਲੇ ਹੋ। ਇੱਕ ਵਾਰੀ ਕੋਈ ਭਾਵਨਾ ਦੇ ਨਾਲ ਸਾਰੀ ਸ੍ਰਿਸ਼ਟੀ ਰਲ ਕੇ ਕਹਿ ਦੇ ਧੰਨ ਗੁਰੂ ਅਰਜਨ ਸਾਹਿਬ ਜੀ ਤੁਸੀਂ ਸਭ ਨੂੰ ਪਾਰ ਕਰ ਦਿੰਦੇ ਹੋ। ਮਾਲਵੇ ਦੇ ਇਲਾਕੇ ਵਿੱਚ ਫਫੜੇ ਭਾਈ ਕੀ ਪਿੰਡ ਦੀ ਧਰਤੀ ਤੇ ਇੱਕ ਅਲਦਿਤ ਚੌਧਰੀ ਰਹਿੰਦਾ ਹੈ। ਇਹ ਜਿਹੜਾ ਚੌਧਰੀ ਹੈ ਅਲਦਿਤ ਗੁਰੂ ਤੋਂ ਟੁੱਟ ਕੇ ਤੇ ਸਖੀ ਸਰਬਰੀਆਂ ਦੀ ਪੂਜਾ ਵਿੱਚ ਜਾਂ ਹੋਰ ਕਈ ਪਾਸੇ ਉਲਝੀ ਹੋਈ ਦੀ ਜ਼ਿੰਦਗੀ ਹੈ। ਇਹਦੇ ਘਰ ਇੱਕ ਪੁੱਤਰ ਦਾ ਜਨਮ ਹੁੰਦਾ ਜਿਹਦਾ ਨਾਮ ਹੈ ਭਾਈ ਬਹਿਲੋ ਜੀ। ਇਹ ਜਿਹੜਾ ਭਾਈ ਬਹਿਲੋ ਹੈ ਇਹ ਵੀ ਪਿਤਾ ਦੀ ਤਰ੍ਹਾਂ ਪਹਿਲਾ ਸਖੀ ਸਰਬਰੀਆਂ ਦਾ ਪੁਜਾਰੀ ਹੈ ਤੇ ਚੌਧਰੀ ਆਪਣੇ ਪਿੰਡ ਦਾ ਚੌਧਰੀ ਹੈ। ਗੁਰੂ ਨੇ ਕਿਰਪਾ ਕੀਤੀ ਤੇ ਮੱਥੇ ਦਾ ਭਾਗ ਜਾਗਿਆ, ਸਬੱਬ ਬਣਿਆ ਜੀਵਨ ਦੇ ਅੰਦਰ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਦਰਸ਼ਨਾਂ ਨੂੰ ਆਇਆ। ਕਦੀ ਗੁਰੂ ਰਹਿਮਤ ਕਰਦੇ ਤੇ ਮਨੁੱਖ ਸੰਗਤ ਵਿੱਚ ਆਉਂਦਾ। ਜਦੋਂ ਇਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਗਤ ਵਿੱਚ ਆਇਆ, ਇੱਥੇ ਆ ਕੇ ਗੁਰੂ ਚਰਨਾਂ ਵਿੱਚ ਬੈਠ ਕੇ ਗੁਰੂ ਕੀ ਸੰਗਤ ਕੀਤੀ, ਥੋੜੀ ਸੇਵਾ ਕੀਤੀ ਤੇ ਗੁਰੂ ਕੇ ਸਿੱਖਾਂ ਦਾ ਸੁਮੇਲ ਹੋਇਆ। ਇਹਦੇ ਮਨ ਵਿੱਚ ਇੱਕ ਬੜੀ ਭਾਵਨਾ ਜਾਗੀ, ਮਨਾ ਕਿੱਧਰ ਤੂੰ ਕਦੋਂ ਦਾ ਪੀਰ ਖਾਨੇ ਪੂਜੀ ਜਾ ਰਿਹਾ ਹੈ, ਕਦੋਂ ਦਾ ਤੂੰ ਸੁਲਤਾਨੀਆਂ ਸਖੀ ਸਰਬਰੀਏ ਦੇ ਲੜ ਲੱਗੇ ਹੋਏ, ਤੈਨੂੰ ਮਿਲਿਆ ਤੇ ਕੁਝ ਵੀ ਨਹੀਂ, ਭਟਕਣਾ ਤੇ ਉਮੀ ਹੈ ਅੰਦਰ ਦੀ। ਤੇ ਜਦੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਦੀਦਾਰ ਕੀਤਾ ਨਾ, ਇਹ ਇੱਕ ਦਿਨ ਗੁਰੂ ਦਰਬਾਰ ਵਿੱਚ ਆਇਆ ਤੇ ਬੈਠਾ ਹੋਇਆ, ਸਤਿਗੁਰੂ ਦੇ ਲਾਗੇ ਹੋ ਕੇ ਇੱਕ ਬੇਨਤੀ ਕੀਤੀ, ਕਹਿਣ ਲੱਗਿਆ ਸਤਿਗੁਰੂ ਮੇਰੇ ਤੇ ਕਿਰਪਾ ਕਰ ਦਿਓ, ਮੇਰੇ ਤੇ ਬਖਸ਼ਿਸ਼ ਵਰਤਾ ਦਿਓ, ਮੈਨੂੰ ਸਿੱਖੀ ਦੀ ਦਾਤ ਬਖਸ਼ ਦਿਓ। ਗੁਰੂ ਅਰਜਨ ਸਾਹਿਬ ਨੇ ਇੱਕ ਬਚਨ ਆਖਿਆ, ਕਹਿਣ ਲੱਗੇ ਭਾਈ ਬਹਿਲੋ ਆਇਆ ਤੂੰ ਬਾਅਦ ਵਿੱਚ ਹੈ, ਕਿਰਪਾ ਤੂੰ ਪਹਿਲਾਂ ਭਾਲਣਾ। ਸਾਹਿਬ ਕਹਿਣ ਲੱਗੇ ਆਇਆ ਬੜੀ ਦੇਰ ਨਾਲ ਹੈ, ਕਿਰਪਾ ਪਹਿਲਾਂ ਭਾਲਣਾ। ਜਾ ਜੇ ਗੁਰੂ ਨਾਨਕ ਸਾਹਿਬ ਦੇ ਘਰੋਂ ਬਖਸ਼ਿਸ਼ ਲੈਣੀ ਹੈ ਨਾ, ਤੂੰ ਸੇਵਾ ਵਿੱਚ ਲੱਗ ਜਾ, ਸੇਵਾ ਵਿੱਚ ਜੁਟ ਜਾ। ਜਦੋਂ ਇਹ ਬਚਨ ਆਖੇ ਤੇ ਇਹਨੇ ਗੁਰੂ ਚਰਨਾਂ ਦਾ ਬਚਨ ਮੰਨ ਕੇ ਨਮਸਕਾਰ ਕਰਕੇ ਸੇਵਾ ਵਿੱਚ ਲੱਗ ਗਿਆ। ਨਾ ਗਿਆ ਆਪਣੇ ਪਿੰਡ ਵਾਪਸ।
ਉਦੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨਾ ਸ੍ਰੀ ਦਰਬਾਰ ਸਾਹਿਬ ਵਾਲਾ ਜਿਹੜਾ ਪਾਵਨ ਸਰੋਵਰ ਹੈ ਇਹਨੂੰ ਪੱਕਾ ਕਰਵਾਉਣ ਦੇ ਸਤਿਗੁਰੂ ਨੇ ਆਵੇ ਲਾਏ ਹੋਏ ਸਨ, ਇੱਟਾਂ ਪਕਾਉਣ ਦੀ ਖਾਤਰ ਸਰੋਵਰ ਨੂੰ ਪੱਕਿਆਂ ਕਰਨ ਦੇ ਲਈ। ਭਾਈ ਬਹਿਲੋ ਜਿੱਥੇ ਲੰਗਰਾਂ ਵਿੱਚ ਸੇਵਾ ਕਰਦਾ ਹੈ ਜਾਂ ਹੋਰ ਬੇਅੰਤ ਸੇਵਾਵਾਂ ਕਰਦਾ ਹੈ, ਉੱਥੇ ਇਹਨੇ ਕਾਰੀਗਰਾਂ ਨੂੰ ਪੁੱਛ ਲਿਆ, ਕਹਿਣ ਲੱਗਿਆ ਮੈਂ ਕੀ ਸੇਵਾ ਕਰਾਂ ਵੀ ਇੱਟਾਂ ਬੜੀਆਂ ਸੋਹਣੀਆਂ ਨਿਕਲਣ, ਕੱਲ ਸਤਿਗੁਰੂ ਦੇ ਪਾਵਨ ਸਰੋਵਰ ਤੇ ਲੱਗਣੀਆਂ। ਕਾਰੀਗਰਾਂ ਇੱਕ ਗੱਲ ਸਮਝਾਈ ਸੀ, ਕਹਿਣ ਲੱਗੇ ਸਜਣਾ ਜੇ ਕਿਤੇ ਗਲੀਆਂ ਦਾ ਨਿੱਕਾ ਨਿੱਕਾ ਗੋਹੇ ਆਦਿਕ, ਲੱਕੜਾਂ ਆਦਿਕ, ਕੂੜਾ ਕਰਕਟ ਜਿਹੜੇ ਜਲਨਸ਼ੀਲ ਪਦਾਰਥ ਨੇ ਉਹ ਮੈਲਾ ਕਦੀ ਆਵੇ ਵਿੱਚ ਪਾਇਆ ਜਾਏ ਨਾ ਅੱਗ ਬਾਲਣ ਦੇ ਲਈ, ਤੇ ਅੱਗ ਇੱਕ ਸਾਰ ਬਲੇ ਤੇ ਇੱਟਾਂ ਬਹੁਤ ਸੋਹਣੀਆਂ ਨਿਕਲਣਗੀਆਂ, ਕੋਈ ਇੱਟ ਮਾੜੀ ਨਹੀਂ ਨਿਕਲੇਗੀ। ਹੁਣ ਸੀ ਭਾਈ ਬਹਿਲੋ ਚੌਧਰੀ, ਪਿੰਡ ਦਾ ਚੌਧਰੀ ਸੀ, ਪਰ ਗੁਰੂ ਕੀ ਬਖਸ਼ਿਸ਼ ਵਰਤੀ। ਇਹਨੇ ਇੱਕ ਪੱਲਾ ਲਿਆ, ਆਪਣੇ ਅੰਦਰ ਦਾ ਚੌਧਰ ਦਾ ਅਹੰਕਾਰ ਲਾ ਕੇ ਉਹ ਪੱਲਾ ਪਕੜ ਕੇ ਅੰਮ੍ਰਿਤਸਰ ਸਾਹਿਬ ਦੀਆਂ ਗਲੀਆਂ ਵਿੱਚ ਤੁਰਦਾ ਹੈ, ਤੇ ਗਲੀਆਂ ਵਿੱਚੋਂ ਨਿੱਕਾ ਨਿੱਕਾ ਕੂੜਾ ਕਰਕਟ ਜਿੰਨਾ ਵੀ ਜਲਨਸ਼ੀਲ ਪਦਾਰਥ ਹੈ ਮੈਲਾ ਆਦਿਕ ਇਕੱਠਾ ਕਰਦਾ ਹੈ ਤੇ ਪੰਡ ਭਰ ਕੇ ਉਹ ਆਵੇ ਵਿੱਚ ਲਾ ਦਿੰਦਾ ਹੈ। ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਇਹੀ ਸੇਵਾ ਕਰਦਾ ਹੈ ਤੇ ਬੇਅੰਤ ਦਿਨ ਸੇਵਾ ਕਰਦਾ ਰਿਹਾ ਤੇ ਮੁਖ ਵਿੱਚੋਂ ਸਿਮਰਨ ਕਰਦਾ ਰਿਹਾ। ਅੱਜ ਵਕਤ ਆਇਆ ਵੀ ਆਵੇ ਖੋਲਣ ਦਾ ਵਕਤ ਆ ਗਿਆ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਾਰੀਗਰਾਂ ਕੋਲ ਆਏ ਤੇ ਜਦੋਂ ਆਵੇ ਖੋਲੇ ਤੇ ਉਹਨਾਂ ਵਿੱਚੋਂ ਜਿਹੜੀਆਂ ਇੱਟਾਂ ਸਨ ਉਹ ਬੜੀਆਂ ਲਾਲ ਸੁਰਖ ਬਹੁਤ ਸੋਹਣੀਆਂ ਇੱਟਾਂ ਨਿਕਲੀਆਂ। ਇੱਕ ਵੀ ਇੱਟ ਅਜਿਹੀ ਨਹੀਂ ਜਿਹੜੀ ਖੰਗਰ ਹੋਵੇ, ਜਿਹੜੀ ਖਰਾਬ ਇੱਟ ਹੋਵੇ, ਬਹੁਤ ਸਾਫ਼ ਇੱਟਾਂ ਨਿਕਲੀਆਂ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹਿਰਦਾ ਪ੍ਰਸੰਨ ਹੋ ਗਿਆ। ਸਾਹਿਬ ਨੇ ਇੱਕ ਬਚਨ ਆਖਿਆ, ਕਹਿਣ ਲੱਗੇ ਗੁਰੂ ਨਾਨਕ ਸਾਹਿਬ ਦੀ ਬੜੀ ਕਿਰਪਾ ਵਰਤੀ ਹੈ, ਇਹ ਇੱਟਾਂ ਗੁਰੂ ਰਾਮਦਾਸ ਜੀ ਦੇ ਪਾਵਨ ਸਰੋਵਰ ਨੂੰ ਪੱਕਿਆਂ ਕਰਾਉਣ ਖਾਤਰ ਲਾਉਣੀਆਂ ਤੇ ਬਹੁਤ ਸੋਹਣੀਆਂ ਇੱਟਾਂ ਦਾ ਆਵਾ ਨਿਕਲਿਆ। ਉਦੋਂ ਜਿਹੜੀ ਨਾਲ ਦੀ ਸੰਗਤ ਸੀ ਨਾ, ਉਹਨਾਂ ਇੱਕ ਬੇਨਤੀ ਆਖੀ ਸੀ, ਕਹਿਣ ਲੱਗੇ ਸਤਿਗੁਰੂ ਮਾਲਵੇ ਦੇ ਇਲਾਕੇ ਵਿੱਚੋਂ ਫਫੜੇ ਭਾਈ ਕਾ ਦਾ ਰਹਿਣ ਵਾਲਾ ਇੱਕ ਗੁਰੂ ਕਾ ਸਿੱਖ ਆਇਆ ਹੈ, ਉਹਦਾ ਨਾਮ ਭਾਈ ਬਹਿਲੋ ਹੈ ਤੇ ਭਾਈ ਬਹਿਲੋ ਨੇ ਸਤਿਗੁਰੂ ਬੜੀ ਸੇਵਾ ਕੀਤੀ ਹੈ। ਤੇ ਜਦੋਂ ਸਤਿਗੁਰੂ ਨੂੰ ਸਾਰੀ ਗੱਲ ਪਤਾ ਲੱਗੀ, ਅੰਤਰਜਾਮੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਭਾਈ ਬਹਿਲੋ ਪਿੱਛੇ ਖਲੋਤਾ ਹੋਇਆ, ਕਹਿਣ ਲੱਗੇ ਬਹਿਲੋ ਆ ਲਾਗੇ ਆ। ਤੇ ਬਹਿਲੋ ਦੇ ਆਪਣੇ ਵਿਚਾਰੇ ਉਹ ਸੇਵਾ ਵਾਲੇ ਕੱਪੜੇ ਪਾਏ ਹੋਏ ਸਨ, ਉਹ ਝਿਜਕਦਾ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕੋਲ ਬੁਲਾਇਆ ਤੇ ਸਤਿਗੁਰੂ ਨੇ ਸੀਨੇ ਨਾਲ ਲਾ ਕੇ, ਆਪਣੇ ਸੀਨੇ ਨਾਲ ਲਾ ਕੇ ਇੱਕ ਬਚਨ ਆਖਿਆ ਸੀ, ਕਹਿਣ ਲੱਗੇ ਬਹਿਲੋ ਸਭ ਤੋਂ ਪਹਿਲੋਂ, ਇਹ ਬਚਨ ਵਰਤਿਆ ਭਾਈ ਬਹਿਲੋ ਸਭ ਤੋਂ ਪਹਿਲੋਂ ਬਖਸ਼ਿਸ਼ ਭਰੇ ਬਚਨ ਵਰਤੇ ਤੇ ਇੱਕ ਬਚਨ ਆਖਿਆ, ਤੇਰੀ ਸੇਵਾ ਪ੍ਰਵਾਨ ਹੋ ਗਈ, ਅੱਜ ਤੋਂ ਬਾਅਦ ਤੂੰ ਮਾਲਵੇ ਦੇ ਇਲਾਕੇ ਵਿੱਚ ਜਾ ਕੇ ਤੇ ਉੱਥੇ ਗੁਰੂ ਨਾਨਕ ਸਾਹਿਬ ਦੀ ਪਾਵਨ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਿਆ ਕਰ, ਮਨੁੱਖਤਾ ਨੂੰ ਗੁਰੂ ਦਰ ਨਾਲ ਜੋੜਨ ਦਾ ਯਤਨ ਕਰਿਆ ਕਰ। ਇਹ ਬਚਨ ਕਹਿ ਕੇ ਇਹ ਬਖਸ਼ਿਸ਼ਾਂ ਵਰਤਾਈਆਂ। ਭਾਈ ਬਹਿਲੋ ਸਤਿਗੁਰੂ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਆਪਣੇ ਪਿੰਡ ਫਫੜੇ ਭਾਈ ਆ ਗਿਆ। ਇਹਨੇ ਇੱਥੇ ਆ ਕੇ ਬੇਅੰਤ ਲੋਕ ਜਿਹੜੇ ਪੱਥਰਾਂ ਦੇ ਪੁਜਾਰੀ ਸਨ, ਉਹਨਾਂ ਨੂੰ ਅਕਾਲ ਪੁਰਖ ਦੇ ਚਰਨਾਂ ਵਿੱਚ ਗੁਰੂ ਦੀ ਕਿਰਪਾ ਨਾਲ ਜੋੜਿਆ। ਗੁਰਬਾਣੀ ਪੜ੍ਹਨੀ ਤੇ ਸਿੱਖ ਸੰਗਤਾਂ ਨੂੰ ਪੜ੍ਹਾਉਣੀ। ਹੁਣ ਧਿਆਨ ਦਿਓ, ਇਹ ਭਾਈ ਬਹਿਲੋ ਦਾ ਅਗਾਂਹ ਪੁੱਤ ਹੈ, ਉਹਦਾ ਨਾਮ ਭਾਈ ਨਾਨੂ ਹੈ, ਭਾਈ ਨਾਨੂ ਜੀ ਹੈ। ਅਗਾਂਹ ਜਿਹੜਾ ਭਾਈ ਨਾਨੂ ਜੀ ਨੇ, ਉਹਨਾਂ ਦਾ ਇੱਕ ਪੁੱਤ ਹੈ, ਉਹਦਾ ਨਾਮ ਭਾਈ ਭਗਤਾ ਜੀ ਹੈ। ਇਹ ਜਿਹੜੇ ਭਾਈ ਭਗਤਾ ਜੀ ਨੇ ਨਾ, ਇਹ ਵੀ ਬੜੀ ਬੰਦਗੀ ਦੀ ਮੂਰਤ ਸਨ, ਰੱਬੀ ਇਬਾਦਤ ਕਰਨ ਵਾਲੇ ਤੇ ਸੇਵਾ ਸਿਮਰਨ ਵਿੱਚ ਜੁੜਨ ਵਾਲੇ। ਭਾਈ ਭਗਤਾ ਜੀ ਦੇ ਅਗਾਂਹ 5 ਪੁੱਤਰ ਨੇ।
ਭਾਈ ਤਾਰਾ, ਭਾਈ ਭਾਰਾ, ਭਾਈ ਮੇਹਰਾ, ਭਾਈ ਵਖਤਾ ਤੇ ਭਾਈ ਗੁਰਦਾਸ ਜੀ, 5 ਪੁੱਤਰ ਨੇ। ਯਾਦ ਰੱਖੋ, ਭਾਈ ਬਹਿਲੋ ਦਾ ਪਿੰਡ ਫਫੜੇ ਭਾਈ ਕੇ ਹੈ। ਅਗਾਂਹ ਭਾਈ ਨਾਨੂ ਵੀ ਇੱਥੇ ਰਹਿੰਦਾ ਹੈ, ਪਰ ਨਾਨੂ ਦਾ ਪੁੱਤ ਜਿਹੜਾ ਭਾਈ ਭਗਤਾ ਜੀ ਹੈ, ਇਹ ਉਦੋਂ ਮਾਲਵੇ ਦੇ ਅੰਦਰ, ਵੇਖੋ ਇਹਨਾਂ ਪਰਿਵਾਰ ਨੇ ਸਿੱਖੀ ਧਾਰਨ ਕੀਤੀ ਹੋਈ ਹੈ। 10ਵੇਂ ਪਾਤਸ਼ਾਹ ਦਾ ਵਕਤ ਆ ਗਿਆ ਹੈ। ਭਾਈ ਭਗਤਾ ਜੀ ਫਫੜੇ ਭਾਈ ਤੋਂ ਚੱਲ ਕੇ ਇਹ ਇੱਕ ਬਠਿੰਡੇ ਇਲਾਕੇ ਵਿੱਚ ਇੱਕ ਨਗਰ ਵਸਾਉਂਦੇ ਹੈ, ਜਿਹਦਾ ਨਾਮ ਅੱਜ ਕੱਲ ਭਗਤਾ ਭਾਈ ਕਾ ਹੈ। ਭਗਤਾ ਭਾਈ ਕਾ ਇੱਥੇ ਨਗਰ ਵਸਾਇਆ। ਬੇਅੰਤ ਸੰਗਤਾਂ ਨੂੰ ਗੁਰੂ ਚਰਨਾਂ ਵਿੱਚ ਜੋੜਿਆ, ਰੱਬੀ ਬਾਣੀ ਪੜ੍ਹਨੀ। ਇੱਥੇ ਫਿਰ 10ਵੇਂ ਪਾਤਸ਼ਾਹ ਆਉਂਦੇ ਹੈ। ਜਿਹੜੀ ਮੈਂ ਬੇਨਤੀ ਕਹਿਣੀ ਚਾਹੁੰਦਾ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਰਬੰਸ ਵਾਰ ਕੇ ਤੇ ਮਾਲਵੇ ਦੇ ਇਲਾਕੇ ਵਿੱਚ ਗਏ, ਦੀਨੇ ਕਾਂਗੜ ਦੀ ਧਰਤੀ ਤੇ ਜਫਰਨਾਮਾ ਸਾਹਿਬ ਲਿਖਿਆ ਹੈ। ਉਸ ਤੋਂ ਬਾਅਦ ਗੁਰੂ ਕਲਗੀਧਰ ਮਹਾਰਾਜ ਮਾਲਵੇ ਵਿੱਚ ਵਿਚਰਦੇ, ਜਦੋਂ ਪਿੰਡ ਭਗਤਾ ਭਾਈ ਕਾ ਪਹੁੰਚਦੇ ਹੈ ਤੇ ਭਾਈ ਭਗਤਾ ਜੀ ਨੂੰ ਪਤਾ ਲੱਗਦਾ ਵੀ ਗੁਰੂ ਕਲਗੀਧਰ ਮਹਾਰਾਜ ਆ ਰਹੇ ਨੇ। ਇਹ ਆਪਣੇ ਨਾਲ ਆਪਣੇ 5 ਪੁੱਤਾਂ ਨੂੰ ਲੈ ਕੇ, ਨਾਲ ਬੇਅੰਤ ਸੰਗਤਾਂ ਨੂੰ ਲੈ ਕੇ ਗੁਰੂ ਚਰਨਾਂ ਵਿੱਚ ਜਾ ਪਹੁੰਚਦਾ ਹੈ। ਬੜੇ ਅਦਬ ਨਾਲ ਸਤਿਗੁਰੂ ਨੂੰ ਆਪਣੇ ਘਰ ਲੈ ਕੇ ਆਉਂਦਾ ਹੈ। 3 ਦਿਨ ਸਤਿਗੁਰੂ ਇਹਦੇ ਘਰ ਰਹੇ। 3 ਦਿਨ ਸਤਿਗੁਰੂ ਭਾਈ ਭਗਤਾ ਜੀ ਦੇ ਘਰ ਰਹੇ। ਬੇਅੰਤ ਬਖਸ਼ਿਸ਼ਾਂ ਵਰਤਾਈਆਂ। ਇੱਥੇ ਅੰਮ੍ਰਿਤ ਦੀ ਦਾਤ ਮਹਾਰਾਜ ਨੇ ਅੰਮ੍ਰਿਤ ਸੰਚਾਰ ਕੀਤਾ। ਅੰਮ੍ਰਿਤ ਦੀ ਦਾਤ ਬੇਅੰਤ ਮਾਲਵੇ ਦੇ ਸਿੱਖਾਂ ਨੂੰ ਸਿੱਖੀ ਬਖਸ਼ਿਸ਼ ਕੀਤੀ। ਬੇਅੰਤ ਬਚਨ ਵਰਤੇ। ਇੱਥੇ ਮਹਾਰਾਜ ਗੁਰੂ ਕਲਗੀਧਰ ਜੀ ਸੱਚੇ ਪਾਤਸ਼ਾਹ ਜਦੋਂ ਜਾਂਦੀ ਹੈ ਅਗਾਂਹ ਨੂੰ, ਭਾਈ ਭਗਤਾ ਜੀ ਦਾ ਜਿਹੜਾ ਆਪਣਾ ਘਰ ਸੀ ਨਾ, ਉਹਨੇ ਗੁਰੂ ਨੂੰ ਭੇਟ ਕਰ ਦਿੱਤਾ। ਅੱਜ ਉਹਦਾ ਜਿਹੜਾ ਘਰ ਹੈ ਉਹ ਭਗਤਾ ਭਾਈ ਕਾ ਦੇ ਨਗਰ ਵਿੱਚ ਗੁਰਦੁਆਰਾ ਮਹਿਲ ਸਾਹਿਬ ਹੈ। ਪਾਤਸ਼ਾਹੀ 10ਵੀਂ ਉਹ ਅਸਥਾਨ ਹੈ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਨੇ 3 ਦਿਨ ਗਰੀਬ ਨਵਾਜ ਨੇ ਨਵਾਜਿਆ ਸੀ। ਮੈਂ ਬੇਨਤੀ ਕੇਵਲ ਇੰਨੀ ਕਹਿਣੀ ਚਾਹੁੰਦਾ, ਜਦੋਂ ਕਿਸੇ ਦਾ ਮੱਥੇ ਦਾ ਭਾਗ ਜਾਗ ਪਏ, ਉਹ ਗੁਰੂ ਚਰਨਾਂ ਵਿੱਚ ਜਾ ਕੇ ਜੁੜਦਾ ਹੈ। ਗੁਰੂ ਫਿਰ ਉਹਨੂੰ ਪੱਥਰਾਂ ਵਿੱਚੋਂ ਕੱਢ ਕੇ, ਗੁਰੂ ਉਹਨੂੰ ਭਟਕਣੇ ਵਾਲੀ ਬਿਰਤੀ ਵਿੱਚੋਂ ਕੱਢ ਕੇ ਅਕਾਲ ਨਿਰੰਕਾਰ ਦੇ ਚਰਨਾਂ ਵਿੱਚ ਜੋੜ ਦਿੰਦਾ ਹੈ। ਭਗਤਾ ਭਾਈ ਦੇ ਨਗਰ ਵਿੱਚ ਹੀ ਉਸ ਵਕਤ ਭਾਈ ਭਗਤਾ ਜੀ ਨੇ ਖੂਹ ਵੀ ਲਵਾਇਆ। ਬੇਅੰਤ ਯਾਦਾਂ ਉੱਥੇ ਜੁੜੀਆਂ ਹੋਈਆਂ ਨੇ। ਅੱਜ ਸਤਿਗੁਰੂ ਨੇ ਜਿਹੜਾ ਬਚਨ ਵਰਤਿਆ, ਮਹਾਰਾਜ ਕਹਿਣ ਲੱਗੇ, ਜਬ ਲਓ ਨਹੀਂ ਭਾਗ ਲਿਲਾਰ ਉਦੈ, ਤਬ ਲਓ ਭ੍ਰਮ ਤੇ ਫਿਰਤੇ ਬਹੁਤਾਇਓ। ਜਿੰਨਾ ਸਮਾਂ ਮੱਥੇ ਦਾ ਭਾਗ ਨਹੀਂ ਜਾਗਿਆ ਸੀ ਨਾ, ਉਹਨਾਂ ਸਮਾਂ ਭਟਕਣਾ ਸੀ। ਭਟ ਮਥਰਾ ਜੀ ਕਹਿਣ ਲੱਗੇ, ਸਤਿਗੁਰੂ ਕਲ ਘੋਰ ਸਮੁੰਦਰ ਮੈਂ ਬੂੜਤ ਥੇ, ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ। ਅਸੀਂ ਤੇ ਕਲਯੁਗ ਦੇ ਭਿਆਨਕ ਇਸ ਸਮੇਂ ਵਿੱਚ ਡੁੱਬਦੇ ਜਾ ਰਹੇ ਸਾਂ। ਸਾਡੇ ਪੱਲੇ ਤੇ ਉਹ ਪਛਤਾਵਾ ਪੈ ਗਿਆ ਸੀ ਜਿਹੜਾ ਮਿਟਣਾ ਨਹੀਂ ਸੀ। ਤਤ ਵਿਚਾਰ ਯਹ ਮਥਰਾ ਜਗ ਤਾਰਨ ਕੋ ਅਵਤਾਰ ਬਣਾਇਓ। ਪਰ ਇੱਕ ਤਤ ਇਹ ਨਿਕਲਿਆ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਅਸੀਂ ਆਪਣੇ ਜੀਵਨ ਵਿੱਚ ਇੱਕ ਤਤ ਕੱਢਿਆ, ਤੁਹਾਨੂੰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜਗਤ ਨੂੰ ਤਾਰਨ ਵਾਸਤੇ ਅਕਾਲ ਪੁਰਖ ਨੇ ਬਣਾਇਆ। ਇੱਕ ਬੇਨਤੀ ਹੋਰ ਕਰਾਂ, ਮਾਝੇ ਦੇ ਇਲਾਕੇ ਵਿੱਚ ਵਿਚਰਦੇ ਆ, ਵੇਖੋ ਸਤਿਗੁਰੂ ਬਖਸ਼ਿਸ਼ਾਂ ਕਿਵੇਂ ਵਰਤਾ ਰਹੇ ਨੇ। ਬੇਅੰਤ ਥਾਵਾਂ ਤੇ ਰੱਬੀ ਉਪਦੇਸ਼ ਦਿੰਦੇ ਆ। ਤਰਨ ਤਾਰਨ ਦੇ ਲਾਗੇ ਇੱਕ ਪਿੰਡ ਪੈਂਦਾ, ਪਿੰਡ ਖਾਨਪੁਰ। ਸਤਿਗੁਰੂ ਇਸ ਨਗਰ ਪਹੁੰਚੇ ਹੈ। ਇੱਕ ਬੇਨਤੀ ਤੁਹਾਨੂੰ ਕਰਾਂ, ਜਿਹੜਾ ਤਰਨ ਤਾਰਨ ਸਾਹਿਬ ਹੈ ਨਾ, ਇਹ ਵਸਾਇਆ ਗੁਰੂ ਅਰਜਨ ਸਾਹਿਬ ਨੇ। ਇਹਦਾ ਇੱਕ ਕਾਰਨ ਰਿਹਾ, ਉਦੋਂ ਅਸਲ ਵਿੱਚ ਲੋਕ ਜਿਹੜਾ ਸੁਲਤਾਨੀਆਂ ਜਾਂ ਸਖੀ ਸਰਬਰ ਜਿਹਨੂੰ ਕਹਿੰਦੇ ਸਨ, ਉਹਦੇ ਬੜੇ ਪੁਜਾਰੀ ਬਣ ਗਏ ਸਨ। ਜੇ ਤੁਸੀਂ ਪਿਛੋਕੜ ਵਿੱਚ ਜਾਓ, 1242 ਈਸਵੀ ਦੇ ਅੰਦਰ ਬਗਦਾਦ ਦੀ ਧਰਤੀ ਤੇ ਇੱਕ ਸੈਯਦ ਅਹਿਮਦ ਪੈਦਾ ਹੋਇਆ ਸੀ। ਉਹ ਜਿਹੜਾ ਸੈਯਦ ਅਹਿਮਦ ਸੀ ਨਾ, ਬਾਅਦ ਵਿੱਚ ਉਹ ਉੱਠ ਕੇ ਸਿਆਲਕੋਟ ਆ ਗਿਆ। ਸਿਆਲਕੋਟ ਜਦੋਂ ਆਇਆ ਤੇ ਉਹਨੇ ਇੱਕ ਗੱਲ ਪ੍ਰਚਲਿਤ ਕਰ ਦਿੱਤੀ ਸੀ। ਇਹ ਗੱਲ ਪ੍ਰਚਲਿਤ ਕੀਤੀ ਕਿ ਮੈਨੂੰ ਖੁਦਾ ਨੇ ਦੀਦਾਰ ਬਖਸ਼ਿਆ ਤੇ ਖੁਦਾ ਨੇ ਮੇਰੀ ਇੱਕ ਡਿਊਟੀ ਲਾਈ ਹੈ, ਜੋ ਤੂੰ ਆਪਣੇ ਮੁਖ ਤੋਂ ਕਹੇਗਾ ਉਹ ਕਾਰਜ ਰਾਸ ਹੋ ਜਾਏਗਾ।
ਤੇ ਲੋਕ ਤੇਰੇ ਪੀਰ ਖਾਨੇ ਮਨਾ ਕੇ ਲੋਕ ਤੇਰੀ ਪੂਜਾ ਕਰਨ। ਉਹ ਜਿਹੜਾ ਸੈਯਦ ਅਹਿਮਦ ਸੀ ਉਹਨੂੰ ਹੀ ਲੋਕ ਸੁਲਤਾਨੀਆਂ ਸ਼ਬਦ ਵਰਤਦੇ ਸਨ। ਇਹਨੂੰ ਸੁਲਤਾਨ ਦੇ ਦੀਦਾਰ ਹੋਏ ਹੈ। ਤੇ ਉਹੀ ਬਾਅਦ ਵਿੱਚ ਚੇਤਾ ਰੱਖਣ ਵਾਲੀ ਗੱਲ ਹੈ, ਉਹਨੇ ਬੇਅੰਤ ਪੀਰ ਖਾਨੇ ਪੱਥਰ ਪੂਜਕ ਲੋਕ ਪੈਦਾ ਕਰ ਦਿੱਤੇ ਸਨ। ਉਹਨੇ ਬੇਅੰਤ ਪੈਦਾ ਕੀਤੇ ਜਿਹੜੇ ਅੱਜ ਵੀ ਬੜੇ ਥਾਵਾਂ ਤੇ ਸ਼ੱਕੀ ਸਰਬਰ ਦੀ ਜਾਂ ਪੱਥਰਾਂ ਦੀ ਪੂਜਾ ਹੈ। ਸਤਿਗੁਰੂ ਨੇ ਤਰਨ ਤਾਰਨ ਸਾਹਿਬ ਤਾਂ ਵਸਾਇਆ ਸੀ। ਇਸ ਇਲਾਕੇ ਵਿੱਚ ਵੀ ਬੇਅੰਤ ਲੋਕ ਇਵੇਂ ਪੱਥਰਾਂ ਦੇ ਪੁਜਾਰੀ ਸਨ। ਸਤਿਗੁਰੂ ਨੇ ਬਖਸ਼ਿਸ਼ ਵਰਤਾਈ ਸੀ, ਜਿਹੜਾ ਇਸ ਅਸਥਾਨ ਤੇ ਆਏਗਾ ਨਾ ਉਹ ਸਤਿਗੁਰੂ ਆਪ ਤੇ ਤਰਿਆ ਹੀ ਤਰਿਆ, ਸਤਿਗੁਰੂ ਉਹਨੂੰ ਵੀ ਤਾਰਨਗੇ। ਇੱਥੇ ਲਾਗੇ ਇੱਕ ਪਿੰਡ ਪੈਂਦਾ, ਪਿੰਡ ਖਾਨਪੁਰ। ਸਤਿਗੁਰੂ ਖਾਨਪੁਰ ਨਗਰ ਵਿੱਚ ਆਏ। ਇਤਿਹਾਸ ਵਿੱਚ ਜ਼ਿਕਰ ਹੈ, ਸਵੇਰ ਦੇ ਵਕਤ ਆਏ ਨੇ, ਨਾਲ ਭਾਈ ਬਿਧੀ ਚੰਦ ਤੇ ਕੁਝ ਸਿੱਖ ਨੇ, ਪਰ ਕੋਈ ਵੀ ਨਗਰ ਦਾ ਗੁਰੂ ਚਰਨਾਂ ਵਿੱਚ ਨਾ ਆਇਆ। ਤੇ ਭਾਈ ਬਿਧੀ ਚੰਦ ਨੇ ਕੁਝ ਘੜੀਆਂ ਉਡੀਕ ਕੇ ਸਤਿਗੁਰੂ ਨੂੰ ਇੱਕ ਬੇਨਤੀ ਆਖੀ, ਸਤਿਗੁਰੂ ਇੱਥੇ ਤੇ ਪਿੰਡ ਖਾਨਪੁਰ ਵਿੱਚੋਂ ਕੋਈ ਵੀ ਦੀਦਾਰ ਕਰਨ ਵਾਸਤੇ ਜਾਂ ਕੋਈ ਧਰਮ ਦੀ ਗੱਲ ਸਿੱਖਣ ਸਿਖਾਉਣ ਵਾਸਤੇ ਆਏ ਨਹੀਂ। ਸਾਹਿਬ ਨੇ ਇੱਕ ਬਚਨ ਵਰਤਿਆ ਸੀ, ਕਹਿਣ ਲੱਗੇ ਬਿਧੀ ਚੰਦ ਇਹ ਪੱਥਰ ਪੂਜ ਕੇ ਪੱਥਰ ਹੀ ਬਣ ਚੁੱਕੇ ਨੇ। ਹੈ ਇੱਥੇ ਇੱਕ ਰਹਿਮਤ ਵਾਲਾ ਗੁਰੂ ਨਾਨਕ ਦੇ ਘਰ ਦਾ ਸਿੱਖ। ਜਦੋਂ ਉਸ ਗੁਰੂ ਕੇ ਸਿੱਖ ਨੂੰ ਪਤਾ ਲੱਗਿਆ, ਉਹਦਾ ਨਾਮ ਸੀ ਭਾਈ ਹੇਮਾ। ਭਾਈ ਹੇਮਾ ਗੁਰੂ ਚਰਨਾਂ ਵਿੱਚ ਆ ਗਿਆ। ਉਹਨੂੰ ਪਤਾ ਲੱਗਿਆ ਸਤਿਗੁਰੂ ਆਏ ਨੇ, ਤੇ ਉਹਨੇ ਬੜੇ ਅਦਬ ਦੇ ਨਾਲ, ਇਤਿਹਾਸ ਪੜ੍ਹ ਕੇ ਵੇਖਿਓ, ਉਹਨੇ ਬੜੇ ਅਦਬ ਦੇ ਨਾਲ, ਗਰੀਬੜਾ ਜਿਹਾ ਸਿੱਖ ਸੀ, ਉਹਦੇ ਕੋਲ ਆਪਣੀ ਇੱਕ ਝੁੱਗੀ ਝੌਂਪੜੀ ਪਾਈ ਹੋਈ ਸੀ, ਤੇ ਸਤਿਗੁਰੂ ਨੂੰ ਆਪਣੀ ਝੁੱਗੀ ਵਿੱਚ ਲੈ ਗਿਆ, ਆਪਣੀ ਕੁੱਲੀ ਵਿੱਚ ਲੈ ਗਿਆ। ਸਤਿਗੁਰੂ ਦੀ ਸੇਵਾ ਕੀਤੀ। ਸ਼ਾਮਾਂ ਢਲ ਗਈਆਂ। ਸਤਿਗੁਰੂ ਨੇ ਬਚਨ ਆਖਿਆ, ਅੱਜ ਅਸੀਂ ਆਪਣਾ ਟਿਕਾਣਾ ਤੇਰੇ ਕੋਲ ਹੀ ਕਰਾਂਗੇ। ਤੁਸੀਂ ਹੈਰਾਨ ਹੋਵੋਗੇ, ਜਿਸ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਤੇ ਛਤਰ ਝੁਲਦਾ ਹੈ, ਪਿਆਰ ਦੇ ਬੱਧੇ ਹੋਏ, ਬਖਸ਼ਿਸ਼ਾਂ ਵਰਤਾਉਣ ਦੇ ਲਈ ਰਹਿਮਤਾਂ ਕਰਨ ਵਾਲੇ, ਅੱਜ ਪਿੰਡ ਖਾਨਪੁਰ ਭਾਈ ਹੇਮੇ ਦੀ ਝੁੱਗੀ ਵਿੱਚ ਆਸਣ ਲਾ ਕੇ ਰਾਤ ਕੱਟਦੇ ਹੈ। ਸਾਰੀ ਰਾਤ ਭਾਈ ਹੇਮਾ ਆਪ ਭੁੰਜੇ ਸੌਂਦਾ, ਸਤਿਗੁਰੂ ਨੂੰ ਉੱਪਰ ਪਲੰਘ ਤੇ ਪਾਉਂਦਾ ਤੇ ਸੇਵਾ ਕਰਦਾ ਬੜੀ ਭਾਵਨਾ ਨਾਲ। ਅੰਮ੍ਰਿਤ ਵੇਲਾ ਹੋ ਗਿਆ। ਅੰਮ੍ਰਿਤ ਵੇਲੇ ਭਾਈ ਹੇਮਾ ਉੱਠਦਾ, ਗੁਰੂ ਅਰਜਨ ਸਾਹਿਬ ਜੀ ਦੇ ਚਰਨ ਘੁੱਟ ਕੇ ਸੇਵਾ ਕਰਦਾ। ਮੈਂ ਕਈ ਵਾਰੀ ਆਖਣਾ, ਗੁਰੂ ਵੀ ਇਕੱਲਾ ਹੈ, ਇੱਥੇ ਸਿੱਖ ਵੀ ਇਕੱਲਾ ਹੈ, ਤੇ ਭਾਈ ਹੇਮੇ ਦਾ ਅੰਦਰ ਦਾ ਦਰਦ ਛਲਕਿਆ। ਅੰਮ੍ਰਿਤ ਵੇਲੇ ਉਹਨੇ ਹੱਥ ਜੋੜ ਕੇ ਬੇਨਤੀ ਆਖੀ, ਸਤਿਗੁਰੂ ਇਹ ਪਿੰਡ ਖਾਨਪੁਰ ਵਿੱਚ ਨਾ ਤੁਹਾਡੀ ਕਿਰਪਾ ਨਾਲ ਸਿੱਖੀ ਸਾਂਭਣ ਵਾਲਾ ਕੇਵਲ ਮੇਰੀ ਹਿੱਸੇ ਆਈ ਹੈ। ਤੁਹਾਡੀ ਕਿਰਪਾ ਨਾਲ ਇਹ ਜਿਹੜੇ ਲੋਕ ਨੇ ਨਾ ਇੱਥੋਂ ਦੇ ਰਹਿਣ ਵਾਲੇ, ਮੇਰੇ ਨਾਲ ਅੱਤ ਦੀ ਈਰਖਾ ਕਰਦੇ ਹੈ, ਤੇ ਇਹ ਕਈ ਵਾਰੀ ਮੈਨੂੰ ਬੋਲ ਕਬੂਲ ਬੋਲਦੇ ਹੈ। ਗੁਰੂ ਅਰਜਨ ਸਾਹਿਬ ਨੇ ਇੱਕ ਬਚਨ, ਉੱਥੇ ਦੋ ਬਚਨ ਉਚਾਰੇ ਸਨ ਸਤਿਗੁਰੂ ਨੇ ਬਾਣੀ ਦੇ। ਮਹਾਰਾਜ ਨੇ ਇੱਕ ਬਚਨ ਆਖਿਆ ਸੀ, ਕਹਿਣ ਲੱਗੇ, ਹੇਮਿਆ ਕੋਈ ਗੱਲ ਨਹੀਂ, ਇਹ ਮਨਮੁਖ ਲੋਕ ਨੇ, ਪਰ ਚੇਤਾ ਰੱਖੀ ਤੇਰੀ ਯਾਦ ਸਾਡੇ ਹਿਰਦੇ ਵਿੱਚ ਵਸਦੀ ਹੈ। ਗੁਰੂ ਦੇ ਦਰ ਪ੍ਰਵਾਨ ਉਹ ਹੁੰਦਾ ਹੈ ਜਿਹਦੇ ਹਿਰਦੇ ਵਿੱਚ ਰੱਬੀ ਬੰਦਗੀ ਹੋਵੇ। ਮਹਾਰਾਜ ਨੇ ਉੱਥੇ ਦੋ ਬਚਨ ਉਚਾਰੇ ਸਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ। ਇੱਕ ਬਚਨ ਇਹ ਉਚਾਰਿਆ, ਸੁੰਦਰ ਸੇਜ ਅਨੇਕ ਸੁਖ ਰਸ ਭੋਗਨ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਨਦਾ ਕਿਛ ਨਾਹੇ ਬਸੂਰੇ, ਸੋ ਪ੍ਰਭ ਚਿਤ ਨ ਆਵਈ ਬਿਸ਼ਟਾ ਕੀ ਕੀਰੇ। ਇਹਦੇ ਅਰਥ ਨੇ ਗੁਰੂ ਅਰਜਨ ਸਾਹਿਬ ਨੇ ਬਚਨਾ, ਇਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਕਹਿਣ ਲੱਗੇ, ਸੁੰਦਰ ਸੇਜ, ਕਿਸੇ ਕੋਲ ਸੌਣ ਵਾਲਾ ਸੁੰਦਰ ਪਲੰਘ ਹੋਵੇ, ਸੁੰਦਰ ਸੇਜ ਅਨੇਕ ਸੁਖ, ਹਰ ਤਰ੍ਹਾਂ ਦਾ ਸੁਖ ਹੋਵੇ, ਰਸ ਭੋਗਨ ਪੂਰੇ, ਦੁਨਿਆਵੀ ਤੌਰ ਤੇ ਹਰ ਪਦਾਰਥ ਭੋਗਣ ਵਾਸਤੇ ਕੋਲ ਹੋਵੇ, ਗ੍ਰਹਿ ਚੰਦਨ, ਗ੍ਰਹਿ ਸੋਇਨ ਚੰਦਨ ਸੁਗੰਧ, ਘਰ ਸੋਨੇ ਨਾਲ ਜੜਿਆ ਹੋਵੇ,
ਚੰਦਨ ਦੀ ਸੁਗੰਧ ਆਉਂਦੀ ਹੋਵੇ, ਲਾਏ ਮੋਤੀ ਹੀਰੇ, ਤੇ ਘਰ ਜਿਹੜਾ ਕੱਲਾ ਸੋਨਾ ਹੀ ਨਹੀਂ ਉਹ ਮੋਤੀਆਂ ਨਾਲ ਜੜਿਆ ਹੋਵੇ। ਮਨ ਇੱਛੇ ਸੁਖ ਮਾਨਦਾ, ਮਨ ਭਾਉਂਦੇ ਸੁਖ ਮਾਣੇ, ਕਿਛ ਨਾਹੇ ਬਸੂਰੇ। ਬਸੂਰੇ ਦਾ ਅਰਥ ਹੈ ਚਿੰਤਾ, ਕੋਈ ਵੀ ਚਿੰਤਾ ਨਾ ਹੋਵੇ। ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਅੱਗੇ ਇੱਕ ਤੁਕ ਵਰਤੀ, ਮੈਂ ਦੁਹਰਾ ਦਿਆਂ। ਸਾਹਿਬ ਕਹਿਣ ਲੱਗੇ ਸੁੰਦਰ ਪਲੰਗ ਹੋਵੇ, ਸੋਨੇ ਦਾ ਘਰ ਹੋਵੇ ਹੀਰਿਆਂ ਨਾਲ ਜੜਿਆ, ਚੰਦਨ ਦੀ ਮਹਿਕ ਆਉਂਦੀ ਹੋਵੇ, ਹਰ ਤਰ੍ਹਾਂ ਦਾ ਸੁੱਖ ਕੋਲ ਹੋਵੇ, ਦੁਨੀਆ ਦਾ ਹਰ ਰਸ ਮਾਣਦਾ ਹੋਵੇ, ਪਰ ਇੱਕ ਗੱਲ ਚੇਤਾ ਰੱਖੀ ਹਿਮਿਆ, ਸੋ ਪ੍ਰਭ ਚਿਤ ਨਾ ਆਵਈ ਬਿਸ਼ਟਾ ਕੇ ਕੀਰੇ। ਪਰ ਜੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਚੇਤੇ ਨਹੀਂ ਆਉਂਦਾ, ਜੇ ਹਿਰਦੇ ਵਿੱਚ ਗੁਰੂ ਪ੍ਰਤੀ ਪਿਆਰ ਭਾਵਨਾ ਨਹੀਂ ਹੈ, ਸੱਚ ਜਾਣੀ ਉਹ ਇੱਕ ਗੰਦਗੀ ਦਾ ਕੀੜਾ, ਇਹ ਤੋਂ ਵੱਧ ਕੇ ਕੁਝ ਵੀ ਨਹੀਂ ਹੈ। ਖਿਮਾ ਕਰ ਦਿਓ। ਅਗਲਾ ਬਚਨ ਹੈ, ਸਤਿਗੁਰੂ ਨੇ ਇੱਕ ਬਚਨ ਹੋਰ ਉਚਾਰਿਆ, ਕਹਿਣ ਲੱਗੇ ਬਸਤਾ ਟੁੱਟੀ ਝੌਂਪੜੀ, ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮੀਨਾ, ਮਿੱਤਰ ਨਾ ਇਠ ਧਨ ਰੂਪਹੀਨ, ਕਿਛ ਸਾਕ ਨਾ ਸਿੰਨਾ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਇਹਦੇ ਅਰਥ ਨੇ, ਕਹਿਣ ਲੱਗੇ ਹੇਮਿਆ ਚੇਤਾ ਰੱਖੀ, ਬਸਤਾ ਟੁੱਟੀ ਝੌਂਪੜੀ, ਕਿਸੇ ਕੋਲ ਟੁੱਟੀ ਛਪਰੀ ਹੋਵੇ, ਚੀਰ ਸਭ ਛਿੰਨਾ। ਚੀਰ ਦਾ ਅਰਥ ਹੁੰਦਾ ਕੱਪੜੇ, ਉਹਦੇ ਕੱਪੜੇ ਵੀ ਭਾਵੇਂ ਪਾਟੇ ਪਾਏ ਹੋਵਣ, ਟੁੱਟੀ ਛਪਰੀ ਹੋਵੇ, ਪਾਟੇ ਹੋਏ ਕੱਪੜੇ ਹੋਵਣ। ਜਾਤ ਨਾ ਪਤ ਨਾ ਆਦਰੋ, ਉਹਦੀ ਕੋਈ ਉੱਚੀ ਕੁੱਲ ਵੀ ਨਾ ਹੋਵੇ, ਨਾ ਉਹਦੀ ਕੋਈ ਪਤ ਦਾ ਅਰਥ ਹੁੰਦਾ ਇੱਜ਼ਤ ਕਰੇ, ਆਦਰੋ ਦਾ ਅਰਥ ਹੁੰਦਾ ਸਤਿਕਾਰ ਕਰੇ। ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮੀਨਾ। ਉਦਿਆਨ ਦੇ ਅਰਥ ਹੁੰਦੇ ਨੇ ਜੰਗਲ ਵਿੱਚ ਭੜਕਦਾ ਹੋਵੇ। ਮਿੱਤਰ ਨਾ ਇਠ ਧਨ, ਨਾ ਉਹਦਾ ਕੋਈ ਮਿੱਤਰ ਹੋਵੇ, ਨਾ ਉਹਦੇ ਕੋਲ ਦੁਨਿਆਵੀ ਤੌਰ ਤੇ ਧਨ ਪਦਾਰਥ ਹੋਵੇ। ਮਿੱਤਰ ਨਾ ਇਠ ਧਨ ਰੂਪਹੀਨ, ਨਾ ਹੀ ਉਹਦਾ ਰੰਗ ਰੂਪ ਚੰਗਾ ਹੋਵੇ। ਕਿਛ ਸਾਕ ਨਾ ਸਿੰਨਾ, ਉਹਦਾ ਕੋਈ ਸਾਕ ਸੰਬੰਧੀ ਵੀ ਨਾ ਹੋਵੇ। ਫਿਰ ਦੁਹਰਾਵਾਂ, ਸਾਹਿਬ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਸਿੱਖਾ, ਟੁੱਟੀ ਛਪਰੀ ਹੋਵੇ, ਪਾਟੇ ਕੱਪੜੇ ਹੋਵਣ, ਨਾ ਉਹਦੀ ਕੋਈ ਉੱਚੀ ਕੁੱਲ ਹੋਵੇ, ਨਾ ਉਹਦਾ ਕੋਈ ਆਦਰ ਕਰੇ, ਨਾ ਉਹਦਾ ਕੋਈ ਮਿੱਤਰ ਹੋਵੇ, ਨਾ ਉਹਦੇ ਕੋਲ ਧਨ ਹੋਵੇ, ਨਾ ਉਹਦੇ ਕੋਲ ਰੰਗ ਰੂਪ ਚੰਗਾ ਹੋਵੇ, ਕੁਝ ਵੀ ਕੋਲ ਨਾ ਹੋਵੇ। ਪਰ ਇੱਕ ਗੱਲ ਚੇਤਾ ਰੱਖੀ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਜੇ ਹਿਰਦੇ ਵਿੱਚ ਪਰਮਾਤਮਾ ਦੀ ਬਾਣੀ ਹੈ, ਹਿਰਦੇ ਵਿੱਚ ਪਰਮਾਤਮਾ ਦਾ ਨਾਮ ਹੈ, ਸੱਚ ਜਾਣੀ ਉਹ ਪਰਮੇਸ਼ਵਰ ਦੀ ਨਜ਼ਰ ਅੰਦਰ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਪਿੰਡ ਖਾਨਪੁਰ ਦੀ ਧਰਤੀ ਤੇ ਭਾਈ ਹਿੰਮੇ ਨੂੰ ਇਹ ਰੱਬੀ ਰਹਿਮਤਾਂ ਗੁਰੂ ਅਰਜਨ ਸਾਹਿਬ ਨੇ ਵਰਤਾ ਕੇ ਆਪਣੀ ਬਖਸ਼ਿਸ਼ ਕੀਤੀ ਸੀ। ਭੱਟ ਮਥਰਾ ਜੀ ਕਹਿ ਰਹੇ ਨੇ, ਕਹਿਣ ਲੱਗੇ ਸਤਿਗੁਰੂ, कल घोर समुंदर में बूढ़त थे, कब हूं मिट है नहीं रे पछतायो। असी ते कलयुग दे इस डरावने जंगल विच भटके होए सां, डुबदे जा रहे सां। सतगुरु पछतावा ਉਹ पल्ले पै गया सी जिहड़ा मिटन वाला नहीं। पर अगले बचन वरते, तत विचार जह मथरा, जग तारन कहो अवतार बनायो। पर सतगुरु एक तत्त असी अपने जीवन विच कढिया है, ਜਿਹੜੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਨਾ, ਉਹਨਾਂ ਨੂੰ ਤੇ ਅਕਾਲ ਪੁਰਖ ਨੇ ਬਖਸ਼ਿਸ਼ੀ ਇਹ ਵਰਤਾਈ ਹੈ, ਤੁਸੀਂ ਸ੍ਰਿਸ਼ਟੀ ਨੂੰ ਤਾਰਨ ਵਾਸਤੇ ਆਏ ਹੋ। ਅਖੀਰਲਾ ਬਚਨ ਹੈ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਭੱਟ ਮਥਰਾ ਦੀ ਕਹਿਣ ਲੱਗੇ, ਜਿਨ੍ਹਾਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਜਪਿਆ ਨਾ, ਜਿਨ੍ਹਾਂ ਨੇ ਪੱਲਾ ਗੁਰੂ ਅਰਜਨ ਸਾਹਿਬ ਜੀ ਦਾ ਪਕੜਿਆ ਹੈ, ਭੱਟ ਜੀ ਕਹਿਣ ਲੱਗੇ, ਮੈਂ ਯਕੀਨ ਨਾਲ ਇੱਕ ਗੱਲ ਆਖਣਾ, ਉਹ ਕਦੀ ਜੂਨਾਂ ਵਿੱਚ ਨਹੀਂ ਭਟਕੇਗਾ, ਉਹਦੇ ਜੀਵਨ ਵਿੱਚ ਕਦੀ ਸੰਕਟ ਦੁੱਖ ਨਹੀਂ ਆਏਗਾ। ਫਿਰ ਸੰਕਟ ਜੋਨ ਗਰਭ ਨਾ ਆਇਓ, ਜਿਹੜਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪੱਲਾ ਪਕੜ ਲਏਗਾ। ਭਾਈ ਗੁਰਦਾਸ ਜੀ ਦਾ ਇੱਕ ਬਚਨ ਹੈ,
21 ਤਰ੍ਹਾਂ ਦੇ ਗੁਨਾਹ ਭਾਈ ਗੁਰਦਾਸ ਜੀ ਨੇ ਗਿਣਾਏ ਨੇ। ਗੁਰੂ ਇੰਨਾ ਸਮਰੱਥ ਹੈ, ਗੁਰੂ ਇੰਨੀ ਬਖਸ਼ਿਸ਼ ਵਾਲਾ ਹੈ। 21 ਤਰ੍ਹਾਂ ਦੇ ਗੁਨਾਹ ਗੁਨਾਏ, ਜੇ ਇੰਨੇ ਵੀ ਗੁਨਾਹ ਕਰਕੇ ਗੁਰੂ ਚਰਨਾਂ ਵਿੱਚ ਆ ਜਾਏ ਨਾ, ਗੁਰੂ ਤੈਨੂੰ ਡੁੱਬਦੇ ਨੂੰ ਫਿਰ ਵੀ ਤੇਰਾ ਬੇੜਾ ਬੰਨੇ ਲਾ ਦੇਗਾ। ਬਚਨ ਆਉਂਦਾ ਭਾਈ ਸਾਹਿਬ ਦਾ, ਹਉ ਅਪਰਾਧੀ ਗੁਨਹਗਾਰ, ਹਉ ਬੇਮੁਖ ਮੰਦਾ, ਚੋਰ ਜਾਰ ਜੁਆਰ, ਹਉ ਪਰ ਘਰ ਜੋਹੰਦਾ, ਨਿੰਦਕ ਦੁਸ਼ਟ ਹਰਾਮ ਖੋਰ, ਠੱਗ ਦੇਸ਼ ਚਗੰਦਾ, ਵਿਸ਼ਵਾਸ ਘਾਤੀ, ਅਕਿਰਤ ਘਨ ਮੈਂ ਕੋ ਨਾ ਰਹੰਦਾ। ਇਹਨੇ ਬਚਨ ਆਖੇ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ, ਸਿਮਰ ਮਰੀਤਾ ਢਾਡੀਆ ਸਤਿਗੁਰ ਬਖਸ਼ੰਦਾ। ਜੇ ਇੱਕ ਇੱਕ ਕਦੀ ਅਰਥ ਨੂੰ ਬਾਚ ਕੇ ਵੇਖੋ, ਹਉ ਅਪਰਾਧੀ, ਸਤਿਗੁਰੂ ਮੈਂ ਅਪਰਾਧ ਕਰਨ ਵਾਲਾ, ਮੇਰਾ ਜੀਵਨ ਅਪਰਾਧਾਂ ਨਾਲ ਭਰਿਆ ਹੋਇਆ ਹੈ। ਗੁਨਹਗਾਰ, ਮੈਂ ਗੁਨਾਹ ਕਰਨ ਵਾਲਾ, ਹਉ ਅਪਰਾਧੀ ਗੁਨਹਗਾਰ, ਹਉ ਬੇਮੁਖ ਮੰਦਾ, ਮੇਰਾ ਮੁਖ ਤੁਹਾਡੇ ਵੱਲ ਨਹੀਂ ਹੈ, ਮੈਂ ਤੇ ਬੇਮੁਖ ਹੈ। ਚੋਰ ਜਾਹਰ ਜੁਆਰ, ਹਉ ਮੈਂ ਤੇ ਚੋਰੀਆਂ ਕਰਨ ਵਾਲਾ, ਮੈਂ ਤੇ ਜਾਰੀਆਂ ਲਾਉਣ ਵਾਲਾ, ਮੈਂ ਤੇ ਜੂਏ ਖੇਡਣ ਵਾਲਾ। ਚੋਰ ਜਾਰ ਜੁਆਰ ਹੋ ਪਰ ਘਰ ਜੋਹੰਦਾ, ਮੈਂ ਤਾਂ ਮਾੜੀ ਨੀਅਤ ਲੈ ਕੇ ਪਰਾਏ ਘਰ ਵਿੱਚ ਜਾਣ ਵਾਲਾ। ਨਿੰਦਕ ਦੁਸ਼ਟ ਹਰਾਮ ਖੋਰ, ਮੈਂ ਤੇ ਨਿੰਦਿਆ ਕਰਨ ਵਾਲਾ, ਮੈਂ ਤੇ ਦੁਸ਼ਟ ਪਾਪੀ ਬਿਰਤੀ ਦਾ ਮਾਲਕ ਹੈ। ਹਰਾਮ ਖੋਰ, ਕੋਈ ਪਰਉਪਕਾਰ ਕਰਦੇ ਨਾ, ਮੈਂ ਉਹਦਾ ਪਰਉਪਕਾਰ ਭੁਲਾ ਦਿੰਦਾ, ਮੈਂ ਹਰਾਮ ਖੋਰ ਹੈ। ਨਿੰਦਕ ਦੁਸ਼ਟ ਹਰਾਮ ਖੋਰ, ਮੈਂ ਕੋ ਨਾ ਰਹੰਦਾ। ਫਿਰ ਬਚਨ ਵਰਤੇ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰਨ ਦਾ। ਸਤਿਗੁਰੂ ਮੈਂ ਤੇ ਕਾਮ ਵਿੱਚ ਵੀ ਫਸਿਆ ਹੋਇਆ, ਮੈਂ ਤੇ ਕ੍ਰੋਧੀ ਬਿਰਤੀ ਦਾ ਵੀ ਮਾਲਕ ਹੈ, ਮੈਨੂੰ ਤੇ ਲੋਭ ਨੇ ਵੀ ਘੇਰਿਆ, ਮੈਂ ਮੋਹ ਵਸ ਪਿਆ ਹੋਇਆ, ਮੈਂ ਅਤ ਦਾ ਅਹੰਕਾਰੀ ਇਨਸਾਨ ਹੈ। ਵਿਸ਼ਵਾਸ ਘਾਤੀ, ਮੈਂ ਵਿਸ਼ਵਾਸ ਘਾਤ ਕਰਨਾ, ਕੋਈ ਮੇਰੇ ਤੇ ਯਕੀਨ ਕਰ ਲਵੇ, ਭਰੋਸਾ ਕਰ ਲਵੇ, ਮੈਂ ਉਹਦਾ ਵਿਸ਼ਵਾਸ ਤੋੜ ਦਿੰਦਾ। ਵਿਸ਼ਵਾਸ ਘਾਤੀ, ਅਕਿਰਤ ਘਨ, ਮੈਂ ਕਦੀ ਸ਼ੁਕਰ ਨਹੀਂ ਕਰਦਾ, ਮੈਂ ਤੇ ਅਕਿਰਤ ਘਨ ਹੈ, ਮੈਂ ਕੋ ਨਾ ਰਹੰਦਾ। ਸਤਿਗੁਰੂ ਸੱਚ ਇਹ ਹੈ, ਮੈਨੂੰ ਕੋਈ ਰੱਖਦਾ ਹੀ ਨਹੀਂ, ਮੇਰਾ ਹਾਲ ਇਹ ਹੈ। ਭਾਈ ਗੁਰਦਾਸ ਜੀ ਕਹਿਣ ਲੱਗੇ, ਇੰਨੇ ਵੀ ਗੁਨਾਹ ਹੋਵਣ, ਸਿਮਰ ਮਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਤੂੰ ਗੁਰੂ ਨੂੰ ਚੇਤੇ ਕਰੀ, ਗੁਰੂ ਤੈਨੂੰ ਤਾਂ ਵੀ ਬਖਸ਼ ਕੇ ਤੇਰਾ ਭਲਾ ਕਰ ਦੇਗਾ। ਇਹਨੂੰ ਭੱਟ ਮਥਰਾ ਜੀ ਕਹਿ ਰਹੇ ਨੇ। ਕਹਿਣ ਲੱਗੇ, ਕੋਈ ਕਲ ਘੋਰ ਸਮੁੰਦਰ ਮੈਂ ਬੂਢਤ ਥੇ, ਕੋਈ ਭਿਆਨਕ ਕਲਯੁਗ ਦੇ ਵਿੱਚ ਵਿਕਾਰਾਂ ਵਿੱਚ ਡੁੱਬਿਆ ਹੋਵੇ। ਕਲ ਘੋਰ ਸਮੁੰਦਰ ਮੈਂ ਬੂਢਤ ਥੇ, ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ। ਉਹ ਪਛਤਾਵਾ ਪੱਲੇ ਪੈ ਜਾਏ ਜਿਹੜਾ ਕਦੀ ਮਿਟਦਾ ਨਾ ਹੋਵੇ। ਗੁਰੂ ਕੀ ਕਰ ਦਿੰਦਾ, ਕਿਰਪਾ ਵਰਤਾ ਦਿੰਦਾ। ਗੁਰੂ ਇਹ ਕਿਰਪਾ ਵਰਤਾਉਂਦਾ। ਤਤ ਵਿਚਾਰ ਯਹ ਮਥਰਾ ਜਗ ਤਾਰਨ ਕੋ ਅਵਤਾਰ ਬਨਾਇਓ। ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਿਹੜਾ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਨੂੰ ਜਪ ਲੈਂਦਾ, ਉਹ ਜੂਨਾ ਵਿੱਚ ਨਹੀਂ ਭੜਕਦਾ। ਉਹ ਫਿਰ ਸਾਹਿਬ ਕਹਿਣ ਲੱਗੇ, ਕਿਸੇ ਸੰਕਟ ਦੁੱਖ ਨੂੰ ਨਹੀਂ ਸਹਾਰਦਾ। ਇੱਕ ਗਾਥਾ ਫਿਰ ਕਹਾਂ, ਧੰਨ ਗੁਰੂ ਕਲਗੀਧਰ ਜੀ ਦਾ ਸਿੰਘ ਸਾਹਿਬ ਜੀ ਨੇ ਹੁਕਮ ਕੀਤਾ ਹੈ ਵੀ ਪ੍ਰਕਾਸ਼ ਪੁਰਬ ਨੂੰ ਮਨਾਇਆ ਜਾ ਰਿਹਾ ਹੈ। ਯਾਦ ਰੱਖਿਓ ਇਹ ਗੱਲ, ਮਾਲਵੇ ਦੀ ਧਰਤੀ ਤੇ ਵਿਚਰਦਿਆਂ ਸਤਿਗੁਰੂ ਦੀਨੇ ਕਾਂਗੜ ਦੇ ਇਲਾਕੇ ਵਿੱਚ ਜਦੋਂ ਪਹੁੰਚੇ ਸਨ, ਇੱਥੇ 3 ਭਰਾ ਸਨ ਚੌਧਰੀ, ਸ਼ਮੀਰ, ਲਖਮੀਰ ਤੇ ਤਖਤ ਮਲ। ਇਹ ਜਿਹੜਾ ਸ਼ਮੀਰ ਚੌਧਰੀ ਹੈ ਨਾ, ਤਿੰਨੋਂ ਸ਼ਰਧਾਵਾਨ ਨੇ, ਸਤਿਗੁਰੂ ਦੇ ਚਰਨਾਂ ਵਿੱਚ ਆਉਂਦਾ ਹੈ। ਮਾਲਵੇ ਦੇ ਇਲਾਕੇ ਵਿੱਚ ਉਹਨੇ ਬੜੀ ਸੇਵਾ ਕੀਤੀ ਤੇ ਗੁਰੂ ਕੀਆਂ ਬੜੀਆਂ ਬਖਸ਼ਿਸ਼ਾਂ ਮਾਣੀਆਂ। ਇੱਕ ਦਿਨ ਇਹ ਅੰਮ੍ਰਿਤ ਵੇਲਾ, ਗੁਰੂ ਕਲਗੀਧਰ ਸੱਚੇ ਪਾਤਸ਼ਾਹ ਸੁਭਾਏਮਾਨ ਨੇ ਤਖਤ ਤੇ ਬਹੁਤ ਉਦਾਸ ਹੋ ਕੇ ਤੇ ਨੀਵੀਂ ਪਾ ਕੇ ਬੈਠਾ ਹੋਇਆ ਸਤਿਗੁਰੂ ਦੇ ਕੋਲ ਆ ਗਿਆ। ਸਾਹਿਬ ਨੇ ਇੱਕ ਬਚਨ ਆਖਿਆ, ਕਹਿਣ ਲੱਗੇ, ਸ਼ਮੀਰ ਚੌਧਰੀ ਤੂੰ ਇੰਨੀ ਨੀਵੀਂ ਪਾਈ ਹੈ, ਕਾਰਨ ਕੀ ਹੈ? ਸ਼ਮੀਰ ਚੌਧਰੀ ਨੇ ਇੱਕ ਬਚਨ ਆਖਿਆ, ਕਹਿਣ ਲੱਗਿਆ, ਸਤਿਗੁਰੂ ਜਿੰਨਾ ਸਮਾਂ ਤੁਹਾਡੀ ਸੰਗਤ ਨਹੀਂ ਕੀਤੀ ਸੀ ਨਾ, ਸਾਨੂੰ ਸਮਝ ਨਹੀਂ ਸੀ, ਅਸੀਂ ਤੇ ਕੇਵਲ ਰਾਜ ਭਾਗ ਵਿੱਚ ਹੀ ਮਸਤ ਸਾਂ। ਪਰ ਜਦੋਂ ਦੇ ਤੁਹਾਡੇ ਬਚਨ ਸੁਣੇ ਨੇ, ਇੱਕ ਬਚਨ ਪਤਾ ਲੱਗਿਆ ਵੀ ਆਹ ਜਿਹੜਾ ਮਨੁੱਖਾ ਜਨਮ ਹੈ ਨਾ, ਇਹ ਪਹਿਲੀ ਵਾਰ ਦੀ ਕਹਾਣੀ ਨਹੀਂ ਹੈ। ਇਹ ਤੇ ਪਤਾ ਲੱਗਿਆ ਤੁਹਾਡੇ ਚਰਨਾਂ ਵਿੱਚੋਂ
ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬ੍ਰਿਖ ਜੋਇਓ। ਇਹ ਤੇ ਕਈ ਜੂਨਾ ਅਸੀਂ ਭਟਕ ਕੇ ਆਏ ਐ, ਤੇ ਹੁਣ ਪਤਾ ਲੱਗਿਆ ਵੀ ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਝਰੀਆ। ਆ ਇੱਕ ਮਨੁੱਖਾ ਜਨਮ ਮਿਲਿਆ, ਉਹ ਮਨੁੱਖਾ ਜਨਮ ਗੁਰੂ ਚਰਨਾਂ ਵਿੱਚ ਜੁੜ ਕੇ ਸਫਲ ਕਰਨ ਲਈ ਮਿਲਿਆ ਹੋਇਆ ਹੈ। ਤੇ ਸਤਿਗੁਰੂ ਮੇਰੀ ਇੱਕ ਬੇਨਤੀ ਤੁਹਾਨੂੰ ਹੈ, ਗੁਰੂ ਕਲਗੀਧਰ ਪਾਤਸ਼ਾਹ ਨੂੰ ਆਖਦਾ, ਕਹਿਣ ਲੱਗਿਆ ਸਤਿਗੁਰੂ ਇਹ ਕਿਰਪਾ ਵਰਤਾ ਦਿਓ, ਮੇਰਾ ਜੰਮਨ ਮਰਨ ਕੱਟ ਦਿਓ। ਪਹਿਲਾਂ ਮੈਨੂੰ ਗਿਆਤ ਨਹੀਂ ਸੀ, ਪਰ ਮੈਨੂੰ ਪਤਾ ਹੈ, ਰਹਿਮਤ ਕਰੋ। ਗੁਰੂ ਕਲਗੀਧਰ ਜੀ ਨੇ ਇੱਕ ਬਚਨ ਆਖਿਆ ਸੀ, ਕਹਿਣ ਲੱਗੇ ਤੂੰ ਕੁਝ ਹੋਰ ਮੰਗ ਲੈ। ਇਹਨੇ ਆਖਿਆ ਸਤਿਗੁਰੂ ਨੇ ਮੇਰੀ ਬੇਨਤੀ ਹੈ, ਮੇਰਾ ਜੰਮਨ ਮਰਨ ਕੱਟ ਦਿਓ। ਜਦੋਂ ਇਹ ਬਚਨ ਆਖੇ ਸਾਹਿਬ ਨੇ ਇੱਕ ਬਚਨ ਆਖਿਆ, ਕਹਿਣ ਲੱਗੇ ਚੰਗਾ ਸਮੀਰ ਚੌਧਰੀ, ਜਿਵੇਂ ਤੂੰ ਗੁਰੂ ਨਾਨਕ ਦੇ ਘਰੋਂ ਸ਼ਰਧਾ ਨਾਲ ਮੰਗ ਮੰਗੀ ਹੈ ਨਾ, ਤੇਰੀ ਸ਼ਰਧਾ ਪੂਰੀ ਹੋਏਗੀ, ਤੂੰ ਮੁਕਤ ਹੋ ਜਾਏਗਾ। ਘਰ ਚਲਿਆ ਗਿਆ। ਇਹ ਗਿਆਨੀ ਗਿਆਨ ਸਿੰਘ ਜੀ ਨੇ ਤਵਾਰੀਖ ਗੁਰੂ ਖਾਲਸਾ ਵਿੱਚ ਜ਼ਿਕਰ ਕੀਤਾ ਹੈ। ਜਦੋਂ ਘਰ ਜਾਂਦਾ ਹੈ, ਅੱਜ ਰਾਤ ਨੂੰ ਸੌਂਦਾ ਹੈ, ਸੁੱਤੇ ਹੋਏ ਨੂੰ ਇੱਕ ਸੁਪਨਾ ਆਇਆ। ਸੁਪਨੇ ਵਿੱਚ ਕਈ ਜੂਨਾਂ ਵਿੱਚ ਕਿਤੇ ਪੰਛੀ ਬਣਦਾ, ਕਦੀ ਕੋਈ ਜਾਨਵਰ ਬਣਦਾ, ਕਈ ਜੂਨਾਂ ਵਿੱਚ ਭਟਕਦਾ, ਜੰਮਦਾ ਮਰਦਾ, ਜੰਮਦਾ ਮਰਦਾ। ਇਵੇਂ ਇੱਕ ਘਟਨਾ ਵਾਪਰਦੀ ਹੈ। ਆਖਰ ਡਰਦਿਆਂ ਮਾਰਿਆਂ ਅੱਖ ਖੁੱਲ ਗਈ। ਬਹੁਤ ਕਾਹਲੀ ਨਾਲ ਉੱਠ ਕੇ ਕਲਗੀਧਰ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਗਿਆ। ਬੜਾ ਘਬਰਾਇਆ ਹੋਇਆ ਸਮੀਰ ਚੌਧਰੀ। ਸਾਹਿਬ ਨੇ ਪੁੱਛਿਆ ਕੀ ਗੱਲ ਹੋਈ? ਕਹਿਣ ਲੱਗਿਆ ਸਤਿਗੁਰੂ ਰਾਤ ਨੂੰ ਇਹ ਭਾਣਾ ਵਰਤ ਗਿਆ, ਇੱਕ ਸੁਪਨਾ ਆਇਆ ਤੇ ਮੈਂ ਤੇ ਕਈ ਵਾਰੀ ਜੰਮਿਆ ਮਰਿਆ। ਗੁਰੂ ਕਲਗੀਧਰ ਜੀ ਨੇ ਇੱਕ ਬਚਨ ਆਖਿਆ ਸੀ, ਕਹਿਣ ਲੱਗੇ ਭਲਿਆ ਤੂੰ ਗੁਰੂ ਨਾਨਕ ਦੇ ਘਰ ਤੋਂ ਮੰਗ ਮੰਗੀ ਸੀ ਨਾ, ਗੁਰੂ ਨਾਨਕ ਸਾਹਿਬ ਦੇ ਘਰ ਨੇ ਰੱਬੀ ਵਿਧਾਨ ਵੀ ਨਹੀਂ ਤੋੜਿਆ। ਤੇਰਾ ਸੇਵਾ ਤੇ ਸਿਮਰਨ ਤੇਰੀ ਬੇਨਤੀ ਮੰਨ ਕੇ ਤੇਰਾ ਜੰਮਣ ਮਰਨ ਵੀ ਕੱਟ ਦਿੱਤਾ। ਜਿੰਨੀਆਂ ਜੂਨਾਂ ਤੂੰ ਪ੍ਰਤੱਖ ਭੋਗਣੀਆਂ ਸੀ, ਉਹ ਜੂਨਾਂ ਤੇਰੀ ਸੁਪਨੰਤਰ ਅਵਸਥਾ ਵਿੱਚ ਹੀ ਕੱਟ ਦਿੱਤੀਆਂ। ਭੱਟ ਮਥਰਾ ਜੀ ਕਹਿੰਦੇ ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਉਹ ਜੂਨਾਂ ਵਿੱਚ ਨਹੀਂ ਭਟਕਦਾ, ਉਹ ਜੰਮਣ ਮਰਨ ਤੋਂ ਮੁਕਤ ਹੋ ਜਾਂਦਾ ਜਿਹੜਾ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿੱਚ ਜੁੜਦਾ ਹੈ। ਸਤਿਗੁਰੂ ਰਹਿਮਤ ਕਰੇ। ਇੰਨੀਆਂ ਕੋਈ ਬੇਨਤੀਆਂ ਪ੍ਰਵਾਨ ਕਰਿਓ। ਆਪ ਸੰਗਤ ਦਾ ਧੰਨਵਾਦ, ਬੜੇ ਪਿਆਰ ਨਾਲ ਬੈਠ ਕੇ ਵਿਚਾਰ ਸੁਣੇ। ਸਮੁੱਚੀ ਪ੍ਰਬੰਧਕ ਕਮੇਟੀ ਦਾ ਧੰਨਵਾਦ। ਸਿੰਘ ਸਾਹਿਬ ਜੀ ਗੁਰੂ ਕੀ ਹਜ਼ੂਰੀ ਵਿੱਚ ਬੈਠੇ ਨੇ, ਬੜੇ ਪਿਆਰ ਵਾਲੇ ਨੇ, ਸਭ ਨੂੰ ਅਦਬ ਦੇਣ ਵਾਲੇ, ਇਹਨਾਂ ਦਾ ਤਹਿ ਦਿਲੋਂ ਧੰਨਵਾਦ। ਸਭ ਦਾ ਧੰਨਵਾਦ ਜੀ। ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ